ਪਹਿਲਾਂ ਮੈਂ ਮਾਨਸਾ ਕਾਲਜ ਦੇ ਪ੍ਰਿੰਸੀਪਲ ਸਰਦਾਰ ਜਸਵੀਰ ਸਿੰਘ ਜੀ, ਸਾਡੇ ਪੁਰਾਣੇ ਮਿੱਤਰ ਰੀਕਾ ਜੀ, ਵੱਡੇ ਭਰਾ ਸੰਧੂ ਸਾਹਿਬ, ਅਜਮੇਰ ਜੀ, ਤੁਸੀਂ ਸਾਰੇ ਆਏ ਹੋ, मैं ਧੰਨਵਾਦ ਕਰਦਾ। ਚੰਗਾ ਮੌਕਾ ਮਿਲਿਆ ਗੱਲਾਂ ਕਰਨ ਦਾ। ਮਾਈਕ ਤੋਂ ਥੋੜ੍ਹਾ ਸਾਹ ਹਟ ਗਿਆ ਤੇ ਮੇਰੀਆਂ ਗੱਲਾਂ ਸ਼ਾਇਦ ਇੱਦਾਂ ਜ਼ਿਆਦਾ ਚੰਗੀਆਂ ਥੋੜ੍ਹੀਆਂ ਕਲੀਅਰ ਗੱਲ ਹੋ ਜਾਂਦੀਆਂ ਨਾ, ਉਹ ਸ਼ਾਇਦ ਮੈਂ ਕਿਹਾ ਸਾਊਂਡ ਪ੍ਰੂਫ ਨਹੀਂ ਹੋਣ ਕਰਕੇ ਕੀ ਗੱਲਾਂ ਸਮਝ ਨਹੀਂ ਲੱਗਦੀਆਂ। ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਇੰਨਾ ਪਿਆਰ ਦੇਣ ਲਈ। ਜਿੰਨਾ ਤੁਸੀਂ ਕਰ ਰਹੇ ਹੋ, ਮੈਂ ਬਣਨ ਲਈ ਕਦੇ ਸਟਰਗਲ ਕਰ ਰਿਹਾ, ਇੰਨਾ ਬਣਨ ਲਈ ਕਦੇ ਮੈਂ ਸਟਰਗਲ ਕਰ ਰਿਹਾ ਵੀ ਸ਼ਾਇਦ ਮੈਨੂੰ ਵੀ ਕਦੀ ਬ੍ਰੇਕ ਮਿਲੇਗੀ। ਦੂਜੀ ਗੱਲ, ਅੱਜ ਜਿਸ ਜਾਤ ਪ੍ਰਥਾ ਨੂੰ ਖਤਮ ਕਰਨ ਲਈ ਜਿਸ ਰੈਬਰ ਨੇ ਸਮਾਜਿਕ ਕ੍ਰਾਂਤੀ ਲਿਆਉਣ ਲਈ ਬਹੁਤ ਵੱਡਾ ਰੋਲ ਅਦਾ ਕੀਤਾ, ਅੱਜ ਕ੍ਰਾਂਤੀਕਾਰੀ ਗੁਰੂ ਸ਼੍ਰੀ ਗੁਰੂ ਦਾਸ ਜੀ ਦਾ ਜਨਮ ਦਿਹਾੜਾ ਗੁਰਪੁਰਬ ਹੈ, ਉਹਦੀਆਂ ਵੀ ਤੁਹਾਨੂੰ ਮੁਬਾਰਕਾਂ। ਤੇ ਦੂਸਰਾ, ਕਈ ਵਾਰੀ ਗੱਲਾਂ ਤਾਂ ਅਸੀਂ ਕਰਦੇ ਹਾਂ ਵੀ ਮੈਨੂੰ ਬਹੁਤ ਦੁੱਖ ਹੈ, ਕਦੇ ਅਸੀਂ ਕਿਸੇ ਦੇ ਅਫਸੋਸ ਕਰ ਜਾਂਦੇ ਹਾਂ, ਕਈ ਵਾਰੀ ਅਸੀਂ ਰਸਮੀ ਗੱਲਾਂ ਕਰਦੇ ਹਾਂ, ਘਾਟਾ ਪੈ ਗਿਆ। ਪਰ ਸਰਦੂਲ ਸਿਕੰਦਰ ਨਾਲ ਪੰਜਾਬੀ ਸੰਗੀਤ 'ਚ ਬਹੁਤ ਵੱਡਾ ਘਾਟਾ ਪੈ ਗਿਆ। ਮੈਂ ਇਸ ਖੇਤਰ ਦਾ ਗਵਾਹ ਹਾਂ। ਮੈਂ 43ਵੇਂ ਸਾਲ 'ਚ ਪ੍ਰਵੇਸ਼ ਕੀਤਾ ਸਰਦੂਲ ਨਾਲ ਸਾਂਝ। ਬਹੁਤ ਸਾਰੇ ਗਾਇਕਾਂ ਨਾਲ ਮੇਰੀ 40 ਸਾਲ ਦੀ ਦੋਸਤੀ ਹੈ। ਬਹੁਤ ਸਾਰੇ ਢਾਡੀਆਂ ਨਾਲ, ਕਮਿਸ਼ਨਰਾਂ ਨਾਲ, ਗੀਤਕਾਰਾਂ ਨਾਲ, ਸੰਗੀਤਕਾਰਾਂ ਨਾਲ ਮੇਰਾ ਲੰਬਾ ਸਫ਼ਰ ਹੈ। ਤੇ 2.5 ਦਿਨ ਲੋਕਾਂ ਦੀ ਚੱਲਦੀ ਨਹੀਂ, ਮੇਰੀ 40-42 ਸਾਲ ਚੱਲਦੀ ਹੈ। ਬਾਕੀ ਕਿਉਂਕਿ ਮੈਂ ਸੰਗੀਤ ਨਾਲ ਜੁੜਿਆ ਰਿਹਾ, ਚਾਹੇ ਪੰਡਿਤ ਜਸਰਾਜ ਜੀ ਚਲੇ ਜਾਣ, ਚਾਹੇ ਕੀਦੀਪ ਚਲੇ ਜਾਵੇ, ਚਾਹੇ ਨਰੂਲਾ ਸਾਹਿਬ ਚਲੇ ਜਾਣ, ਚਾਹੇ ਪਿਆਰੇ ਲਾਲ ਚਲੇ ਜਾਣ ਬੁਲਾਰੇ ਵਾਲੇ, ਮੈਂ ਸ਼ਰਧਾਂਜਲੀ ਲੇਖ ਲਿਖਦਾ ਵੀ ਬੁੱਢਾ ਹੋਇਆ। ਅੱਜ ਮੈਂ, ਕਿਉਂਕਿ ਮੇਰਾ ਬੱਗਾ ਸ਼ਹਿਰ ਹੈ, ਮੈਂ ਇੱਥੇ ਪੜ੍ਹਿਆ ਤਾਂ ਨਹੀਂ, ਪਰ ਇਹ ਮਿੱਟੀ ਮੇਰੀ ਆ। ਮੈਂ ਫਗਵਾੜੇ ਪੜ੍ਹਿਆ, ਪਰ ਇਹ ਗਲੀਆਂ, ਇਹ ਸੜਕਾਂ, ਬੱਸ ਸਟੈਂਡ ਸਾਰਾ ਕੁਛ ਯਾਦ ਹੈ। ਤੇ ਇਹ ਤੁਸੀਂ ਸਾਰੇ ਮੇਰੇ ਹੀ ਹੋ ਤੇ ਮੈਂ ਅੱਜ ਇੱਥੇ ਤਾਂ ਆ ਗਿਆ। ਵੈਸੇ ਮੈਂ ਵੀਕਾ ਜੀ ਨੂੰ ਕਿਹਾ ਸੀਗਾ ਕਿ ਹਲੇ ਇੱਦਾਂ ਦਾ ਮਾਹੌਲ ਨਹੀਂ ਹੈਗਾ। ਕਈ ਵਾਰੀ ਬੰਦਾ ਜਿੰਨਾ ਮਰਜ਼ੀ ਕੰਟਰੋਲ ਕਰੇ, ਜਜ਼ਬਾਤ ਤੁਹਾਡੇ ਕਾਬੂ ਨਹੀਂ ਰਹਿੰਦੇ। ਮੈਂ ਗੱਲ ਸਰਦੂਲ ਸਿਕੰਦਰ ਦੇ ਬਾਰੇ 'ਚ ਲਿਖਣਾ ਸੀ, ਮੈਂ ਪਰਸੋਂ ਲਿਖਣਾ ਸੀ, ਪਰ ਪਰਸੋਂ ਹੱਥੀਂ ਤੋੜ ਕੇ ਆਏ ਸੀ, ਫਿਰ ਕਿੱਦਾਂ ਲਿਖਣਾ ਸੀ। ਔਰ ਜਿਹਦੇ ਨਾਲ ਅਸੀਂ ਕੋਈ ਇੰਨਾ ਸਮਾਂ ਗੁਜ਼ਾਰਿਆ, ਉਹਦੇ ਬਾਰੇ ਕਿੱਦਾਂ ਲਿਖਣਾ ਸੀ। ਜਿਹਨੇ ਪੰਜਾਬੀ ਗਾਇਕੀ ਨੂੰ ਇੰਨੀ ਵੱਡੀ ਦੇਣ ਦਿੱਤੀ ਹੈ, ਉਹਦੇ ਬਾਰੇ ਕਿੱਦਾਂ ਲਿਖਣਾ ਸੀ। ਜਿਹੜਾ 16 ਤਰੀਕ ਸ਼ਾਮ ਨੂੰ ਮੈਨੂੰ ਕਹਿ ਰਿਹਾ ਸੀਗਾ ਕਿ ਮੈਨੂੰ ਟੈਂਪਰੇਚਰ ਹੋ ਗਿਆ, ਮੈਨੂੰ ਨੀਂਦ ਛੁੱਟੀ ਹੋ ਜਾਣੀ ਆ, ਮੈਨੂੰ ਰਾਤ ਨੂੰ 1:30 ਵਜੇ ਨਵਰ ਨੋਲੀ ਦਾ ਫੋਨ ਆ ਰਿਹਾ। ਉਹ ਬੰਦਾ ਜਿਹਨੂੰ ਚੇਤਾ ਨਹੀਂ ਸੀ ਕਿ ਮੈਂ ਚਲੇ ਜਾਣਾ। ਮੈਂ ਜਦੋਂ ਵੀ ਅਮਰੀਕਾ ਤੋਂ ਆਇਆ ਪਿਛਲੇ 15 ਸਾਲਾਂ 'ਚ ਕਦੀ ਇੱਦਾਂ ਦਾ ਟਾਈਮ ਨਹੀਂ ਆਇਆ ਕਿ ਅਸੀਂ 5 ਦਿਨ 10 ਦਿਨ ਲੰਘ ਗਏ ਸਾਡੇ ਪਿੰਡਿਆਂ ਤੋਂ। ਮੈਨੂੰ ਦੁੱਖ ਸੀਗਾ ਕਿ ਮੈਂ 2 ਮਹੀਨੇ ਲੱਗ ਚੱਲੇ, ਮੈਨੂੰ ਸਰਦੂਲ ਹੀ ਨਹੀਂ ਮਿਲਿਆ। ਪਰ ਉਹ ਕਹਿੰਦਾ ਕੋਈ ਨਹੀਂ, ਹੁਣ 19 ਤਰੀਕ ਨੂੰ ਹੋਏਗਾ, 2-3 ਦਿਨ ਹੋਰ ਟੈਂਪਰੇਚਰ ਹੋ ਗਿਆ ਵੀ ਕਰਨਗੇ, ਪਰ 2-3 ਦਿਨ 'ਚ ਉਹ ਪਾਉਣਾ ਪੈਂਦਾ। ਇਹ ਬਹੁਤ ਔਖਾ। ਮੈਂ ਕੱਲ੍ਹ ਜਦੋਂ ਲਿਖਿਆ, ਮੈਂ ਪਹਿਲੀ ਵਾਰੀ ਆ ਕਿ ਮੈਂ ਕਿਸੇ ਲੇਖ ਨੂੰ 4 ਘੰਟੇ ਲਾ ਦਿੱਤੇ, ਕਿਉਂਕਿ ਮੈਂ ਅੰਕੜੇ ਮੈਨੂੰ ਸਾਰੇ ਜਵਾਨੀ ਯਾਦ ਨੇ। ਤੇ ਮੈਂ ਸ਼ਾਇਦ ਆਪਣੀ ਕਿਸਮ ਦਾ ਲੇਖਕ ਰਿਹਾ ਜਾਂ ਪੱਤਰਕਾਰ ਰਿਹਾ। ਮੈਂ ਕਦੇ ਵੀ ਕਲਮ ਤੇ ਕਾਗਜ਼ ਫੜ ਕੇ ਕਦੀ ਮੁਲਾਕਾਤ ਨਹੀਂ ਕੀਤੀ। ਮੈਂ ਵਿੱਚ ਦੀ ਇੰਨਾ ਵਿਚ ਰਿਹਾ ਕਿ ਮੈਨੂੰ ਕਾਗਜ਼ ਤੇ ਕਲਮ ਰੱਖਣ ਦੀ ਕੁਛ ਜ਼ਰੂਰਤ ਨਹੀਂ।
कल परसों जदों चरणजीत आहूजा साहब ने धा मार के कहा कि सरदूल मैनू श्रद्धांजलि भेंट करता तो चंगी गल सी, मैं सरदूल जिहड़ा मेरा 5वां पुत्त सी उन्होंने श्रद्धांजलि भेंट कर रहा, पुत्त के मुंडे नूं अर्थी देनी तो औखी बहुत। इदां दीयां गल्लां जदों असीं सुन के आओगे, सरदूली भैन ने कहा, साडे सारिਆਂ 'ਚ सी गुरदास सी, उत्थे हंस सी, मैं सी, आहूजा साहब सीगे, बिड्डी सी, हरजीत हरमनपुरी सीगे। उन्हें धा मार के कहा कि इस परिवार का दुकान देखो कि थोड़े च बैठने वाला नहीं कोई बचा, तिन्ने भरा चले गए। पर जाना मौत जी है, मेरे ख्याल तू मेरा काम चल रहा ना, ठीक है। चलो होर पासे नूं चले गए क्योंकि मैं जज्बाती हाँ। मैं उस अपने मानक ने, पर मैं मानक साहब चले गए, कुलदीप मानक नाल भी मेरी उन्नी दोस्ती रही, मेरे सारे नाल ही रहा, मेरा सारा नाल, मेरा कोई बहुता किसी नाल मतभेद नहीं, जो उहदी जिंदगानी च माड़ी मोटी गिले शिकवे होंदे रहंदे ने, पर मैनू सारिਆਂ ने बहुत प्यार किया। तो मैनू जिद्दां अजमेर हुणी दस रहे थे, मेरे बेटे की ब्याह मैरिज सी पिछली फरवरी च, तो मैं उदों अडोस किया पहली बारी भई मैनू प्यार करते हैं सारे, ढाडी भी, कविशर भी, गायक भी। पर भजनमान सदीक साहब असीं जिद्दण पहले दिन डैथ हुई है, थल्ले बैठे सीगे, उही गल करदे सीगे भी सारे जणिਆਂ ਨੂੰ ਇੱਕ ਤਾਂ इकट्ठे करना तो बहुत औखा होंदा, क्योंकि किते दा पोलीटिकल इशू होर है, किते होर मसला आ, किसी दे किसी नाल गिले आ, इक्को मंच ते लिया के इकट्ठे कर देना, 2 दिनां च सारी पंजाबी गायकी दिखा दी। इहदा जिद्दां मैं समझदा, मैं 2 गल्लां च जिहड़ियां कि मैं अपनी 60 सालां दी उमर च तजर्बा रखदा भई, एक तो तुसीं लगातार काम करते रहो, एक कई मैं लेखक या होर है, मैं हुण भी तुहानूं दसदा भी एक ड्राव है कि इहनूं कह सकते हैं, इहनूं कुछ भी कह सकते हैं। वो कहते कि मैनूं लिखण दे किन्ने पैसे मिलूगे, कई लेखक पैसे मंगते अखबार तो, मजबूरी होनी है, पर मैं समझदा कि एक कला जी आर्ट जिहड़ा कोई भी है उन्होंने सिर्फ पैसे नाल नहीं खुलना चाहिए। जिहड़ा काम तुसीं करदे हो, जे तुहानूं उहदे बदले च सिर्फ पैसे मिलदे आ जां तुसीं सिर्फ पैसे की तवक्को करदे हो, तां तुसीं कला नाल इंसाफ भी नहीं कर सकदे और तुसीं लोकां तो आस भी ना करो। हर कोई बंदा जदों सड़क ते जांदा ना, वो कहंदा कि मैनूं सलाम करन सारे, भी सुच्चा सिंह जा रहा जी, ये श्याम सुंदर जा रहा जी, ये शर्मा जी जा रहे ने, समाज उन्होंने सलाम करता जिहड़ा समाज नूं कंट्रीब्यूट कुछ करता। जे तुसीं समाज नूं दिंदे ही कख नहीं, समाज तुहानूं क्यों सलाम करे। राजनीतिक लोगों के सलाम तां ही छोटे होंदे आ, 2-4 साल के सलाम है, कईयां दे मुक के मुड़ के होना ही नहीं, क्योंकि वो सलामां दे पिछे कुछ हो रहा। मैं फिल्म इंडस्ट्री नाल मेरा थोड़ा बाहर आ, पर मेरा बंबे नाल ज़्यादा रहा, क्योंकि मैं किन्ने काम कर सकता सी। मैं लता जी नूं एक बारी मिलिया, इक्को बारी मिलिया। मैं जदों SD बर्मन दा म्यूजिक इंडस्ट्री च नाम बनिया, तो सड़क पर जा रहे सी, लोग कहते सी SD बर्मन दा, SD बर्मन जा रहे हैं, किड्डा नाम है SD बर्मन दा, फिर SD बर्मन जा रहे हैं। जदों उहदे पुत्र राहुल देव बर्मन आए म्यूजिक खेतर च, फिर जो SD बर्मन सड़क पर तुरे जाते होंगे सी, लोग कहते सी ये RD बर्मन के प्यो जा रहे। कई बंदे सारी उम्र यही कही जाते हैं मैं फलाने का मुंडा, वो कितने इदा भी कह के देख लो, फिर पुत भी कह लो भी मैं वह पे आ, इदा का माहौल भी क्रिएट करके देख लो, यही कही जाना सारी उम्र मैं फलाने का मुंडा। प्यो भी थोड़े ते मान करके देख लगे कि तुसीं की कंट्रीब्यूट कर रहे हो। एक जी जिहड़ा मैं लिखण का स्टाइल, मैं कर्म इत्थे बैठा, मैं कर्म की लिखनी का पुछ लो मेरे सामने गवाह,
मैं उन्होंने बहुत इंडोस करता, मैं हुण भी ਇਹਦੀ टोका टाकी बहुत करदा क्योंकि मेरे तो छोटा है। ये बहुत वधिया शब्दावली लैके आया सी अपनी, ਇਹਦੇ ਕੋਲ ਜਿਹੜਾ ਸਟਾਈਲ ਸੀਗਾ ਇਹ ਆਪਣਾ ਲੈ ਕੇ ਆਇਆ ਸੀ। ਮੈਂ ਬੂਟਾ ਸਿੰਘ ਸ਼ਾਦ ਨੂੰ ਇੱਕ ਵਾਰੀ ਮਿਲਿਆ, ਮੈਂ ਕੁੱਤੇ ਵਾਲੇ ਸਰਦਾਰ 10 ਵਾਰੀ ਪੜ੍ਹਿਆ, ਮੈਂ ਦੀਪ ਕਲੇਰ ਨੂੰ ਵੀ ਜਾਣਦਾ, ਮੈਂ ਇੰਦਰਜੀਤ ਹਸਨਪੁਰੀ ਨੂੰ ਵੀ ਜਾਣਦਾ ਸੀ, ਦੇਵ ਤਰੀਕਿਆਂ ਵਾਲੇ ਨੂੰ ਵੀ ਜਾਣਦਾ, ਮੈਂ ਬਾਬੂ ਰਜ਼ਬਲੀ ਬਾਰੇ ਵੀ ਸਾਰਾ ਜ਼ਬਾਨੀ ਜਾਣਦਾ, ਮੈਂ ਫਿਰੋਜ਼ਦੀਨ ਸ਼ਰਫ ਬਾਰੇ ਵੀ ਜਾਣਦਾ, ਮੈਂ ਚੰਦ ਗੁਰਾਮ ਵਾਲੇ ਵੀ ਜਾਣਦਾ, ਮੈਂ ਦਵਿੰਦਰ ਖੰਨੇ ਵਾਲੇ ਨੂੰ ਵੀ ਜਾਣਦਾ, ਕਿਉਂਕਿ ਮੈਂ ਵਿੱਚ ਦੀ ਇੰਨਾ ਲੰਘ ਗਿਆ, ਇਹ ਸਾਰਾ ਕੁਛ ਚੁੰਬਕ ਵਾਂਗੂ ਮੇਰੇ ਨਾਲ ਲੱਗਦਾ। मैं अपना स्टाइल लेके आया सी लिखण का, जिस बंदे का अपना कुछ है, BMW लै लो, चाहे कोई भी ਜਿਹੜੀਆਂ ਗੱਡੀਆਂ अपने स्टाइल ਦੀਆਂ आईयां उन्हां दी कोई थां नहीं। लिखनी च भी अपना स्टाइल। मैं गीतकार भी बनना चाहता सी, पर मैं जे कल्ला गीतकार हुंदा, ये मैं दावा करदा कि मैं गीतकार बहुत वधिया बन सी। ਹੁਣ ਮੇਰੀ ਪ੍ਰੋਬਲਮ ਕਈ ਵਾਰੀ ਇਹ ਹੈਗੀ ਆ ਵੀ ਇੱਕ ਦਿਨ ਤੇ ਸੰਗੀਤ ਬਾਰੇ ਬਾਰੇ ਲਿਖਣਾ, ਫਿਰ ਕੋਵਿਡ-19 ਦੇ ਬਾਰੇ, ਜਿਹ 'ਚ ਮੈਂ ਸਾਰਿਆਂ ਤੋਂ ਵੱਡੇ ਮੈਂ ਹੀ ਲਿਖਿਆ। ਮੈਨੂੰ 42-43 ਸਾਲ ਹੀ ਭਾਜੀ ਨਾ ਹੋ ਗਏ ਬਲਜਿੰਦਰ ਸਿੰਘ ਹੋਰਾਂ ਨਾਲ, ਮੈਂ ਸਾਰੀ ਉਹਨਾਂ ਨੂੰ ਦਿੰਦਾ ਕਿ ਜੋ ਕੁਛ ਵੀ ਐਸੀ ਭਾਜੀ ਬਲਜਿੰਦਰ ਸਿੰਘ ਕਰਕੇ, ਕਿਉਂਕਿ ਚਾਹੇ ਇੰਨੀ ਮੈਂ 30-35 ਦੇਸ਼ ਵੇਖ ਲਏ, 150-200 ਵਾਰ ਜਹਾਜ਼ ਚੜ੍ਹ ਗਿਆ ਉਤਰ ਗਿਆ, ਸਭ ਉਹਨਾਂ ਕਰਕੇ। ਜਿਹੜੀ ਦੂਸਰੀ ਗੱਲ ਜਿਹੜੀ ਹੈਗੀ ਨਾ, ਇੱਕ ਸਾਡੀ ਲੇਖਣੀ ਦੀ, ਅਜਮੇਰ ਸਿੱਧੂਪੁਰੀ ਕ੍ਰਿਟਿਕ ਵੀ ਨੇ ਤੇ ਆਲੋਚਕ ਵੀ ਨੇ ਤੇ ਕਹਾਣੀਕਾਰ ਵੀ ਵਧੀਆ। ਸੰਧੂ ਸਾਹਿਬ ਸ਼ਾਇਰੀ 'ਚ ਇੱਕ ਆਪਣਾ ਥਾਂ ਲੈ ਕੇ ਬੈਠੇ ਨੇ। ਸੰਧੂ ਸਾਹਿਬ ਦੀ ਜ਼ਿੰਦਗੀ 'ਚੋਂ ਜੇ ਕਿਸੇ ਨੇ ਸਿੱਖਣਾ ਹੋਵੇ ਵੀ ਕੋਈ ਨਹੀਂ ਝੋਰਾ ਕਰੀਦਾ ਵੀ ਮੈਂ ਕੀ ਹਾਂ, ਇਹ ਦੱਸੀਦਾ ਵੀ ਬਣਨਾ ਕੀ ਹੈ। ਕਿਸੇ ਦਾ ਸਫ਼ਰ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਤੱਕ ਜਾਂਦਾ, ਪ੍ਰਾਪਤੀ ਇਹ ਆ। ਜਿਵੇਂ ਉਹ ਕਹਿਣਗੇ ਵੀ ਜੇ ਹੁਣ ਚੰਗੇ ਘਰ 'ਚ ਜਿਹੜਾ ਜੰਮਿਆ ਉਹ ਤਾਂ ਜੰਮਿਆ ਹੀ ਆ, ਫਿਰ ਅਸੀਂ ਤਾਂ ਗਰੀਬੀ ਤੇ ਅਸੀਂ ਦੁਬੈਦਾ ਸਰਦੂਰ ਗੁਰਬਤ 'ਚੋਂ ਨਿਕਲ ਕੇ ਆਏ, ਅਸੀਂ ਟੁੱਟੇ ਮੰਜੇ 'ਤੇ ਫਾਟੇ ਕੰਬਲੇ ਸੌਂਦੇ ਰਹੇ। ਅਸੀਂ ਸਾਡਾ ਸਫ਼ਰ ਇਸ ਕਰਕੇ ਇੰਪੋਰਟੈਂਟ ਹੈ ਵੀ ਅਸੀਂ ਕਿਹਨਾਂ ਹਾਲਾਤਾਂ 'ਚ ਆਏ ਹਾਂ। ਮੈਂ ਤਾਂ ਆਪਣੀਆਂ ਅੱਖਾਂ ਨਾਲ ਮੇਰੇ ਪਿਓ ਨੂੰ ਨਹੀਂ ਵੇਖਿਆ, ਸਾਨੂੰ ਤਾਂ ਸਾਡੀ ਮਾਂ ਨੇ ਪਾਲਿਆ, ਫਿਰ ਵੀ ਅਸੀਂ ਇੰਜੀਨੀਅਰਿੰਗ ਕਰ ਗਏ। ਬਹੁਤੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਕਿ ਮੈਂ ਕੀਤਾ ਕੀ ਆ, ਕਿਉਂਕਿ ਮੇਰੇ ਕੁਛ ਕੀਤੇ ਕਰਾਏ ਨਾਲ ਤਾਂ ਬਹੁਤਾ ਲੈਣ ਦੇਣੇ ਹੈ ਹੀ ਨਹੀਂ। ਉਹ ਹੈਗਾ ਢਿੱਡ ਦਾ ਵਸੀਲਾ, ਵੀ ਨੌਕਰੀ ਬੰਦੇ ਨੇ ਕਰਨੀ ਹੁੰਦੀ ਹੈ। ਹਰੇਕ ਬੰਦਾ ਰੋਟੀ ਤਾਂ ਕਿਤੇ ਨਾ ਕਿਤੇ ਖਾਊਗਾ, ਪਰ ਜੇ ਤੁਸੀਂ ਆਸਤਕ ਹੋ, ਜੇ ਤੁਸੀਂ ਰੱਬ ਨੂੰ ਮੰਨਦੇ ਹੋ, ਜੇ ਰੱਬ ਨੂੰ ਨਹੀਂ ਵੀ ਮੰਨਦੇ, ਕੁਦਰਤ ਨੂੰ ਮੰਨਦੇ ਹੋ, ਤਾਂ ਫਿਰ ਤੁਹਾਡੇ ਅੰਦਰ ਇੱਕ ਐਸੀ ਕਲਾ ਕੁਦਰਤ ਨੇ ਭਰੀ ਹੈ ਜਿਹਦੇ ਨਾਲ ਤੁਸੀਂ ਰੋਟੀ ਖਾ ਸਕਦੇ ਹੋ। ਬਦਕਿਸਮਤੀ ਇਹ ਹੁੰਦੀ ਆ ਕਿ ਉਹ ਕਲਾ ਵਿਕਸਿਤ ਨਹੀਂ ਹੁੰਦੀ, ਡਿਵੈਲਪ ਹੀ ਨਹੀਂ ਹੁੰਦੀ, ਜਾਂ ਤੁਹਾਨੂੰ ਪਲੇਟਫਾਰਮ ਨਹੀਂ ਮਿਲਦਾ, ਜਾਂ ਤੁਸੀਂ ਟਰੈਕ ਗਲਤ ਲੈ ਜਾਂਦੇ ਆ। ਕੋਈ ਬੰਦਾ ਅੱਛਾ ਪੇਂਟਰ ਹੋ ਸਕਦਾ ਹੈ, ਕੋਈ ਬੰਦਾ ਅੱਛਾ ਗਾਇਕ ਹੋ ਸਕਦਾ, ਕੋਈ ਬੰਦਾ ਲੇਖਕ ਹੋ ਸਕਦਾ, ਕੋਈ ਕੁਛ ਵੀ ਹੋ ਸਕਦਾ। ਵਾਹਿਗੁਰੂ ਨੇ ਹਰ ਬੰਦੇ ਦੇ ਅੰਦਰ ਕਲਾ ਭਰੀ ਆ। ਕੋਈ ਬੁਲਾਰਾ ਚੰਗਾ ਹੋ ਸਕਦਾ, ਪਰ ਉਹਨੂੰ ਪਲੇਟਫਾਰਮ ਨਹੀਂ ਮਿਲਦਾ। ਅਸੀਂ ਕਦੀ ਜ਼ਿੰਦਗੀ 'ਚ ਸੋਚ ਹੀ ਨਹੀਂ ਸਕਦੇ ਕਿ ਸ਼ੋਭਾ ਸਿੰਘ ਹੋਰਾਂ ਦੀ ਕੁਆਲੀਫਿਕੇਸ਼ਨ ਕੀ ਆ। ਅਸੀਂ ਪਾਬਲੋ ਪਿਕਾਸੋ ਤੇ ਕਦੀ ਜਾਣਿਆ ਨਹੀਂ ਵੀ ਪਾਬਲੋ ਪਿਕਾਸੋ ਕੀ ਪੜ੍ਹਿਆ ਸੀ। ਅਸੀਂ ਮੈਂ ਉਹਨਾਂ ਨੂੰ ਮਿਸੇਜ ਸ਼ਿਵ ਕੁਮਾਰ, ਇਹ ਚੰਗੀ ਕਿਸਮਤ ਹੈ ਕਿ ਅਸੀਂ ਪੂਜਾ ਨੂੰ ਵੀ ਮਿਲੇ, ਮਿਹਰਬਾਨ ਨੂੰ ਵੀ ਮਿਲੇ, ਅਸੀਂ ਅਰੁਣਾ ਨੂੰ ਵੀ ਮਿਲੇ। ਸਾਡੀ ਬਦਕਿਸਮਤੀ ਹੈ ਕਿ ਅਸੀਂ ਸ਼ਿਵ ਨੂੰ ਨਹੀਂ ਮਿਲੇ। ਸ਼ਿਵ ਨੂੰ ਕਾਹਤੇ ਜਾਣਦੇ ਆ? ਜੇ ਮਤਲਬ ਹਰ ਬੰਦੇ ਦੇ ਅੰਦਰ ਇੱਕ ਕਲਾ ਹੈ। ਰੋਟੀ ਸਵੇਰ ਨੂੰ ਖਾ ਲੈਣਾ, ਕੰਮ ਤੇ ਚੱਲ ਜਾਣਾ, ਆ ਕੇ ਖਾ ਲੈਣਾ ਜਾਂ ਪੀ ਲੈਣਾ ਜਾਂ ਸੌਂ ਜਾਣਾ, ਫਿਰ ਸਵੇਰ ਨੂੰ ਉੱਠ ਜਾਣਾ। ਤੁਹਾਡੀ ਇਸ ਲਾਈਫ ਤੋਂ ਦੁਨੀਆ ਨੇ ਕੀ ਲੈਣਾ? ਦੁਨੀਆ ਨੇ ਤਾਂ ਉੱਤੋਂ ਲੈਣਾ ਜੇ ਦੁਨੀਆ ਨੂੰ ਕੁਛ ਦਿੰਦੇ ਹੋ। ਇਹ ਤਾਂ ਸਾਰੇ ਕੰਮ ਕਰਦੇ ਆ, ਇਨਪੁੱਟ ਤੇ ਆਊਟਪੁੱਟ ਤੇ ਸਾਰਿਆਂ ਦੀ ਹੋਈ ਹੈ। ਤੁਸੀਂ ਕੁਛ ਦੇ ਵੀ ਜਾਓ। ਮੈਂ ਲੇਖਕਾਂ ਦੇ ਬਾਰੇ 'ਚ ਇਹ ਕਹਿਣਾ ਵੀ ਮੈਂ ਤੁਹਾਡੇ ਨਾਲ ਗੱਲਾਂ ਕਰ ਰਿਹਾ, ਤੁਹਾਨੂੰ ਮੇਰੀਆਂ ਗੱਲਾਂ ਸਮਝ ਨਹੀਂ ਲੱਗਦੀਆਂ। ਕਈ ਲੇਖਕ ਜਦੋਂ ਲਿਖਣਾ ਸ਼ੁਰੂ ਕਰਦੇ ਆ ਫਿਰ ਉਹ ਇੱਦਾਂ ਲੱਗਦਾ ਵੀ ਇਹਨੂੰ ਪੜ੍ਹੀਏ ਕੀ। ਇੱਕ ਲਾਈਨ ਬੰਦਾ ਪੜ੍ਹ ਦੋ, ਕਹਿੰਦਾ ਛੱਡ, ਮੈਂ ਤਾਂ ਸਮਝ ਨਹੀਂ ਲੱਗਦੀ।
मैं एक शायर की किताब से रिकॉर्ड कर रहा ਉਹਦਾ ਉਹ ਕਹਿੰਦੇ ਉਫਕ ਦੇ ਪਾਰ ਸੰਤ ਸਾਹਿਬ ਮੈਂ ਕਿਹੜੀ ਵਾਰੀ ਗੱਲ ਕੀਤੀ ਸੀ ਜੇ ਕਿਤਾਬ ਦਾ ਟਾਈਟਲ ਉਫਕ ਦੇ ਪਾਰ ਹੈ ਥੋੜੇ ਜਿਹਾ ਹੱਥ ਕਰਾ ਕਰਕੇ ਦੱਸੋਗੇ ਵੀ ਤੁਹਾਨੂੰ ਪਤਾ ਕਿਸੇ ਨੂੰ ਉਫਕ ਦੇ ਪਾਰ ਕਿਤਾਬ ਦਾ ਟਾਈਟਲ ਹੈ ਜੇ ਤੁਸੀਂ ਟਾਈਟਲ ਚ ਉਲਝਾਇਆ ਹੋਇਆ ਤਾਂ ਤੁਸੀਂ ਵਿੱਚ ਕੀ ਦੇਣਾ ਤੁਸੀਂ ਤੁਹਾਡੇ ਸਾਹਮਣੇ ਮੈਨੂੰ ਤਾਂ ਆਪ ਨਹੀਂ ਪਤਾ ਲੱਗਾ ਮੈਂ ਤਾਂ ਫਿਰ ਬਾਅਦ ਚ ਪਤਾ ਲੱਗਾ ਵੀ ਐਂਡਲੈਸ ਚੀਜ਼ ਜਿਹੜੀ ਉਹਨੂੰ ਹੋਈ ਕਹਿੰਦੇ ਜਿੱਥੇ ਤੁਹਾਨੂੰ ਦਿਸਦਾ ਨਹੀਂ ਪਰ ਅਸੀਂ ਇੱਕ ਵਾਰੀ ਦਿੱਲੀ ਐਮਬੈਸੀ 'ਚ ਵੀਜ਼ਾ ਲੈਣ ਗਏ ਉਹ ਬੰਦਾ ਮੈਨੂੰ ਮਿਲਿਆ ਉਹ ਮੈਨੂੰ ਕਹਿੰਦਾ ਇਹ ਮੇਰੀ ਸ਼ਰੀਕੀ ਹਯਾਤ ਹੈ ਮੈਂ ਕਿਹਾ ਇਹ ਤੂੰ ਸਾਡੇ ਅਸੀਂ ਪੰਜਾਬੀ ਬੰਦੇ ਆ ਤੂੰ ਇਹ ਸਿੱਧਾ ਕਹਿ ਜਾਂ ਮੇਰੀ ਘਰ ਵਾਲੀ ਹੈ ਜਾਂ ਮੇਰੀ ਵਹੁਟੀ ਹੈ ਐਡਾ ਸ਼ਰੀਕੀ ਹਯਾਤ ਤਿੰਨ ਸ਼ਬਦ ਤੁਸੀਂ ਕਰ ਬਸ ਅਸੀਂ ਲੇਖਕ ਉਲਝਾ ਲਏ ਲੇਖਕ ਉਲਝਾ ਰਹੇ ਪਾਠਕ ਨੂੰ ਉਲਝਾ ਰਿਹਾ ਤੇ ਕਹਿ ਪਾਠਕ ਨੂੰ ਰਹਿ ਕਿ ਮੇਰੀ ਕਵਿਤਾ ਨਹੀਂ ਸੁਣਦੇ ਮੈਨੂੰ ਪੜ੍ਹਦਾ ਨਹੀਂ ਕੋਈ ਇੱਕ ਬੰਦਾ ਗਜ਼ਲ ਲਿਖਦਾ ਉਹ ਕਹਿੰਦਾ ਮੈਂ ਵੱਡਾ ਕਰ ਰਿਹਾ ਬੈਠਾ ਮੈਂ ਕਹਿੰਦਾ ਪਿੱਛੇ ਰਾਤ ਨੂੰ ਮੈਨੂੰ 1:30 ਵਜੇ ਜਾਗ ਆ ਗਈ ਚੰਨ ਚੜਿਆ ਹੋਇਆ ਕਹਿੰਦਾ ਮੈਂ ਚੰਨ ਨਾਲ ਗੱਲਾਂ ਕਰਦਾ ਪਰ ਧਾਰਾਂ ਲੈਣੀਆਂ ਚੰਨ ਨਾਲ ਗੱਲਾਂ ਤੋਂ ਸਮਾਜ ਨੇ ਥੋੜੀਆਂ ਯਾਰ ਤੁਸੀਂ ਸਮਾਜ ਦਾ ਕੋਈ ਦੁੱਖ ਦਰਦ ਕੁਛ ਤਾਂ ਰੋਲੋ ਮੁੰਡਾ ਮੈਂ ਪਹਿਲੀ ਵਾਰੀ ਸੁਣਿਆ ਇਹਨੇ ਪਹਿਲੇ ਸ਼ੇਰ ਜਿਹੜੇ ਜਿਹਦੇ 'ਚ ਕੋਈ ਗੱਲ ਹੈ ਕਿ ਉਹਦੇ ਵੱਲ ਤੁਹਾਡਾ ਧਿਆਨ ਚਲੇ ਜਾਏਗਾ ਮੈਨੂੰ ਚੇਤਾ ਨਹੀਂ ਹੈਗਾ ਉਹਨੇ ਕੋਈ ਕਿਹਾ ਪਰ ਇਹ ਅਸੀਂ ਸਾਰੇ ਗੱਲ ਕਰਦੇ ਸੀ ਵੀ ਜੇ ਕੁਛ ਹੈਗਾ ਤੇ ਹੈਗਾ ਹੀ ਆ ਜੀ ਉਹਦਾ ਆਪਣਾ ਜਦੋਂ ਤੁਸੀਂ ਸਾਡੀ ਬੋਲੀ ਆ ਯਾਰ ਅਸੀਂ ਰੋਜ਼ ਗੱਲਾਂ ਕਰਦੇ ਆ ਮੈਂ ਜਿੰਨੀਆਂ ਲੇਖਤਾਂ ਲਿਖੀਆਂ ਜਿਨ੍ਹਾਂ ਨੇ ਮੈਨੂੰ ਸਾਰਾ ਪੜ੍ਹਿਆ ਹੋਣਾ ਮੈਨੂੰ ਕਈ ਮਾਲਵੇ ਦਾ ਲੇਖਕ ਸਮਝ ਜਾਂਦੇ ਆ ਮੈਂ ਕਈ ਆਰਟੀਕਲ ਇੱਦਾਂ ਦੇ ਲਿਖੇ ਜਿਹੜੇ 30 ਵਾਲੇ ਆ ਮੰਗਾਈ ਤੀ ਯਾਰ ਉਹ ਲੋਕ ਮੈਨੂੰ ਕਹਿੰਦੇ ਤੂੰ ਸੰਗਰੂਰ ਦਾ ਗੱਲ ਤੁਹਾਨੂੰ ਤੁਹਾਡੀ ਸ਼ੈਲੀ ਦਾ ਸਰਲ ਭਾਸ਼ਾ ਚ ਮੈਂ ਜੋ ਕੁਛ ਮੈਂ ਲਿਖਦਾ ਪੱਤਰਕਾਰ ਇੱਕ ਪੱਤਰਕਾਰ ਮੇਰਾ ਖੇਤਰ ਹੈ ਮੈਂ ਲਿਖਦਾ ਮੈਂ ਹੁਣ ਜੇ ਬੰਬੇ ਵਾਲਾ ਫਿਲਮਾਂ ਵਾਲਾ ਰੌਲਾ ਪਿਆ ਮੈਂ ਉਹ ਵੀ ਕਰਦਾ ਮੈਂ ਸਾਇੰਸ ਵਾਲਾ ਵਿਸ਼ੇ ਵੀ ਜਾਣਦਾ ਮੈਂ ਪੋਲੀਟੀਕਲ ਵੀ ਸਾਰਾ ਅਮਰੀਕਾ ਵਾਲੀ ਇਲੈਕਸ਼ਨ 'ਚ ਵੀ ਵੱਡੇ ਆਰਟੀਕਲ ਮੈਂ ਹੀ ਲਿਖੇ ਹੋਣੇ ਆ ਪਰ ਜਿਹੜੀ ਮੈਂ ਕਹਾਣੀਕਾਰ ਵੀ ਬਣਨਾ ਚਾਹੁੰਦਾ ਸੀ ਮੈਨੂੰ ਸ਼ੁਰੂਆਤ 'ਚ ਪੰਜਾਬੀ ਟ੍ਰਿਬਿਊਨ ਜਗਬਾਣੀ ਅਜੀਤ ਨੇ ਤਸਵੀਰ ਨੇ ਬੜੀਆਂ ਕਹਾਣੀਆਂ ਛਾਪੀਆਂ ਮੈਂ ਦੇਵ ਤਰੀਕੇ ਵਾਲਾ ਬਣਨਾ ਚਾਹੁੰਦਾ ਸੀਗਾ ਮੈਂ ਦੇਵ ਤਰੀਕੇ ਵਾਲੇ ਨੂੰ ਹੁਣ ਸਾਡਾ ਮਿੱਤਰ ਹੈ ਮੈਂ ਗੁਰੂ ਦਾ ਚਲ ਗਏ ਕੋਈ ਪਰ ਮੈਂ ਉਹਦਾ 2-4-5 ਜਿਹੜੇ ਗੀਤ ਲਿਖੇ ਉਹ ਕਈ ਚੰਗੇ ਚੱਲੇ ਆ ਪਰ ਮੈਨੂੰ ਗੀਤ ਲਿਖਣਾ ਮੇਰਾ ਕੋਈ ਸ਼ੌਕ ਇੱਦਾਂ ਹੈ ਨਹੀਂ ਕੋਈ ਚੱਲੇ ਨਾ ਚੱਲੇ ਕਿਉਂਕਿ ਗੀਤ ਤਾਂ ਮੈਂ ਚਾਸ ਪੂਰਾ ਕਰਦਾ ਫਕੀਰ ਜਾ ਰਿਹਾ ਦੋ ਬੰਦੇ ਸੜਕ ਤੇ ਖੜੇ ਆ ਇੱਕ ਦੂਏ ਨੂੰ ਕਹਿੰਦਾ ਵੀ ਯਾਰ ਇਹ ਫਕੀਰ ਬੰਦਾ ਕਹਿੰਦਾ ਇਹਨੂੰ ਰਾਤ ਨੂੰ ਬੀਤੀ ਦਾ ਉਹ ਦੂਜਾ ਕਹਿੰਦਾ ਉਹ ਫਕੀਰ ਨੇ ਜਦੋਂ ਉਹਨੇ ਗੱਲ ਕੀਤੀ ਫਕੀਰ ਜਾ ਰਿਹਾ ਇਹਨੂੰ ਰਾਤ ਨੂੰ ਬੀਤੀ ਦਾ ਫਕੀਰ ਦੇ ਵਿਚਾਰੇ ਨੇ ਕੰਨ ਖੜੇ ਕਰ ਲਏ ਦੂਜਾ ਕਹਿੰਦਾ ਯਾਰ ਦੀਦਾ ਹੁੰਦਾ ਤੇ ਰਾਤ ਨੂੰ ਲਾਲਟਣ ਵੀ ਕਾਹਨੂੰ ਨਾਲ ਲੈ ਕੇ ਤੁਰਦਾ ਉਹ ਅਕਲ ਅੰਨਾ ਸੀ ਫਕੀਰ ਨੇ ਇਹਨੂੰ ਗੱਲ ਨਾਲ ਲਾ ਕੇ ਕਿਹਾ ਕਹਿੰਦਾ ਪੁੱਤਰਾ ਲਾਲਟਣ ਮੈਂ ਤਾਂ ਨਾਲ ਲੈ ਕੇ ਜਾਣਾ ਕਿ ਮੇਰੇ 'ਚ ਨਾ ਕੋਈ ਬਚ ਜਾਏ ਜ਼ਰੂਰੀ ਥੋੜਾ ਕਿ ਸਾਰਿਆਂ ਨੂੰ ਨਹੀਂ ਦੀਦਾ ਜ਼ਰੂਰੀ ਥੋੜਾ ਕਿ ਸਾਰਿਆਂ ਨੂੰ ਦੀਦਾ ਗੱਲ ਸਮਝ ਆ ਗਈ ਮੈਂ ਇੱਕ ਦਿਨ ਸੰਧੂ ਸਾਹਿਬ ਉਹਨਾਂ ਦੀ ਉਹ ਮੈਨੂੰ ਗੱਲਾਂ ਆਪ ਵੀ ਚੰਗੀਆਂ ਲੱਗਦੀਆਂ ਦੋ ਤਿੰਨ ਸੁਣਾਊਂਗਾ ਪਈ ਚਿੜੀ ਜਿਹੜੀ ਆ ਉਹ ਸਮਾਨ ਟੁੱਟੀ ਜਾ ਰਹੀ ਆ ਉਹਦੇ ਮਗਰ ਕਾਂ ਆ ਕਾਵਾਂ ਨਾਲ ਉੱਡਦੇ ਚਿੜੀਆਂ ਨਾਲ ਉੱਡਦੀਆਂ ਕਬੂਤਰਾਂ ਨਾਲ ਇੱਕ ਪੰਛੀ ਦਾ ਇੱਕ ਦੂਜੇ ਨਾਲ ਰਲਦੇ ਹੀ ਨਹੀਂ ਸਾਡੇ ਤਾਂ ਰਲ ਜਾਂਦੇ ਕਾਂਗੀ ਕਾਲੀ ਕਾਂਗਰਸ ਚੱਲ ਜਾਂਦੇ ਕਾਂਗਰਸ ਵਾਲੇ ਉੱਧਰ ਆ ਜਾਂਦੇ ਉਹ ਨਾ ਚਿੜੀ ਨੇ ਦੇਖਿਆ ਕਿ ਮੇਰੇ ਪਿੱਛੇ ਕਾਂ ਆ ਰਿਹਾ ਉਹ ਚਿੜੀ ਉਹਨੂੰ ਕਹਿੰਦੀ ਤੂੰ ਕਿੱਧਰ ਨੂੰ ਉਹ ਕਹਿੰਦਾ ਥੱਲੇ ਦੋ ਚਿੜੇ ਗੱਲਾਂ ਕਰਦੇ ਸੀ ਮੈਂ ਆਪਣੀ ਲਿਖਤ ਚੋਂ ਰੰਗ ਸੁਣਾਉਣ ਲੱਗਾ ਕਹਿੰਦਾ ਤਾਂ ਉਹ ਥੱਲੇ ਚਿੜੇ ਗੱਲਾਂ ਕਰਦੇ ਸੀ ਵੀ ਚਿੜੀ ਕੁੱਟਣੀ ਆ ਕਹਿੰਦਾ ਮੈਂ ਤੇਰੀ ਹਿਫਾਜ਼ਤ ਲਈ ਆਇਆ ਉਹ ਕਹਿੰਦੀ ਜਾ ਪਿੱਛੇ ਮੁੜ ਜਾ ਕਹਿੰਦੀ ਲੁੱਚਿਆਂ ਦੀ ਹਿਫਾਜ਼ਤ ਨਾਲੋਂ ਸ਼ਰੀਫਾਂ ਦੀ ਕੁੱਟ ਚੰਗੀ ਹੈ ਉਹੀ ਜਿਹੜੀ ਫੇਰ ਕਿਤੇ ਉਹਨੂੰ ਫੇਰ ਤੱਕ ਗਈ ਚਿੜੀ ਕਾਂ ਨੂੰ ਕਹਿੰਦੀ ਪਈ ਥੱਲੇ ਗੱਲਾਂ ਹੁੰਦੀਆਂ ਸੀ ਵੀ ਤੈਨੂੰ ਲੁੱਚਾ ਤੈਨੂੰ ਠੱਗ
ਤੈਨੂੰ ਬੇਈਮਾਨ, ਚੋਰ, ਭ੍ਰਿਸ਼ਟ ਕਹਿੰਦੇ ਆ। ਉਹ ਕਹਿੰਦਾ ਬੀਬੀ ਸਾਰੀ ਉਮਰ ਭੋਲੀ ਦੀ ਭੋਲੀ ਦੀ, ਕਹਿੰਦਾ ਇਹ ਰੁਤਬੇ ਵੋਟਾਂ 'ਚ ਖੜਨਾ ਪੈਂਦਾ ਫਿਰ ਇਹ ਐਵੇਂ ਨਹੀਂ ਮਿਲਦੇ। ਉਹੀ ਜਿਹੜੀ ਆਪਣੇ ਚਿੜੇ ਨਾਲ ਕਿਤੇ ਦਰਖਤ ਤੇ ਬੈਠੀ ਸੀ, ਸ਼ਾਮ ਨੂੰ ਉਹਦੇ ਜਿਸ ਘਰ ਦੇ ਦਰਖਤ ਤੇ ਬੈਠੀ ਸੀ ਉਸ ਘਰ ਦਾ ਮਾਲਕ ਬਾਹਰੋਂ ਆਇਆ, ਡੁਲਕਦਾ ਆਇਆ। ਉਹ ਆਉਂਦਾ ਹੀ ਤਾੜ ਦੇਣੀ ਮੰਜੇ 'ਚ ਫਸ ਗਿਆ, ਸ਼ਰਾਬੀ ਹੋਇਆ ਸੀ। ਘਰ ਵਾਲੀ ਅੰਦਰੋਂ ਘੁੱਟਣਾ ਲੈ ਕੇ ਆਈ। ਉਹ ਕਹਿੰਦੀ ਚਿੜਿਆ ਜਿਹਾ ਤੈਨੂੰ ਮੈਂ ਅੱਜ ਬੰਦਾ ਬਣਾਉਣਾ। ਚਿੜੇ ਨੇ ਕੰਨ ਚੱਕ ਲਏ, ਚਿੜੀ ਨੂੰ ਕਹਿੰਦਾ ਵੀ ਥੱਲੇ ਮੇਰੇ ਨਾਂ ਦਾ ਰੌਲਾ ਕਾਹਦੇ। ਉਹ ਕਹਿੰਦੀ ਜਿਹੜਾ ਬੰਦਾ ਵਿਗੜ ਜਾਂਦਾ ਉਹਨੂੰ ਚਿੜਾ ਕਹਿੰਦੇ ਆ। ਉਹ ਕਹਿੰਦਾ ਉਹ ਚਿੜੀ ਬਣੀ ਫਿਰਦੀ, ਕਹਿੰਦੀ ਸ਼ਰੀਫਾਂ ਨੂੰ ਚਿੜੀਆਂ ਹੀ ਕਹਿੰਦੇ, ਚਿੜੀਆਂ ਚਿੜੀਆਂ ਹੀ ਹੁੰਦੀਆਂ। ਮੈਂ ਵੀ ਕੋਈ ਗੱਲ ਕਹਿਣੀ ਚਾਹੁੰਦਾ। ਮੈਂ ਕਿਤਾਬ ਡੂਢ ਕਿੱਲਾ ਮੈਂ ਤਾਂ ਕਿਤਾਬ ਕਹਾਣੀਆਂ ਦੀ ਲਿਖੀ ਆ। ਮੈਂ ਗੱਲੀ ਬਾਤੀ ਨੈਣ ਨਕਸ਼ ਵਕਤ ਬੋਲਦਾ ਸਾਰੀਆਂ ਕਹਾਣੀਆਂ ਨੇ, ਪਰ ਮੈਂ ਆਪਣਾ ਸਟਾਈਲ ਲੈ ਕੇ ਆਇਆ, ਉਹ ਆਪਣੀ ਕਿਸਮ ਦੀਆਂ ਕਹਾਣੀਆਂ ਨੇ। ਫਿਰ ਮੈਂ ਇਹ ਤਜਰਬਾ ਤਾਂ ਕੀਤਾ ਵੀ ਕਹਾਣੀ ਕਰਦਾ ਜਿਵੇਂ ਸਿੱਧੂ ਹੋਣੀ ਮੈਂ ਥੋੜ੍ਹਾ ਆ ਵੀ ਮੇਰੀ ਆਹ ਜੇ ਤਾਂ ਸਟਾਈਲ ਪ੍ਰਵਾਨ ਆ ਤਾਂ ਠੀਕ ਹੈ, ਨਹੀਂ ਪ੍ਰਵਾਨ ਤਾਂ ਵੀ ਕੋਈ ਨਹੀਂ, ਕਿਉਂਕਿ ਮੈਂ ਤਾਂ ਕਹਾਣੀਕਾਰ ਹੈ ਹੀ ਨਹੀਂ। ਤਾਂ ਵੀ ਕੀ ਹੈ, ਤਾਂ ਵੀ ਕੋਈ ਗੱਲ ਨਹੀਂ। ਜੇ ਮੈਨੂੰ ਸ਼ਾਇਰ ਸੰਧੂ ਹੋਣੀ ਨਾ ਵੀ ਪ੍ਰਵਾਨ ਕਰੂਗਾ ਮੈਂ ਸ਼ਾਇਰ ਤਾਂ ਹੈ ਹੀ ਨਹੀਂ, ਫਿਰ ਤਾਂ ਵੀ ਕੋਈ ਗਿਲਾ ਨਹੀਂ। ਉਹ ਕਹਾਣੀ ਆ ਵੀ ਇੱਕ ਗੁਜ਼ਰੀਆਂ ਦਾ ਕਾਫਲਾ ਜਾ ਰਿਹਾ, ਸਿਰਾਂ ਤੇ ਮਟਕੇ ਨੇ, ਹਵਾ ਤੇਜ਼ ਚੱਲ ਰਹੀ ਹੈ। ਇੱਕ ਬਾਦਸ਼ਾਹ ਘੋੜਿਆਂ ਦਾ ਕਾਫਲਾ ਲੈ ਕੇ ਲੰਘ ਰਿਹਾ। ਉਹ ਜਦੋਂ ਕਾਫਲਾ ਘੋੜਿਆਂ ਦਾ ਤੇਜ਼ ਲੰਘਿਆ, ਪਹਿਲੇ ਹਵਾ ਚੱਲਦੀ ਸਾਰੀਆਂ ਗੁਜ਼ਰੀਆਂ ਦੇ ਮਟਕੇ ਦੁੱਧ ਨਾਲ ਭਰੇ ਹੋਏ ਟੁੱਟ ਗਏ। ਦੇਖ ਕੇ ਸਾਰੀਆਂ ਰੋਣ ਲੱਗ ਪਈਆਂ, ਇੱਕ ਨਹੀਂ ਰੋਈ। ਬਾਦਸ਼ਾਹ ਉਤਰਿਆ, ਉਹਨੂੰ ਮਾਫੀ ਮੰਗੀ। ਉਹਨੇ ਸਾਰੀਆਂ ਨੂੰ ਪੈਸੇ ਦਿੱਤੇ ਵੀ ਤੁਹਾਡੇ ਮਟਕੇ ਟੁੱਟ ਗਏ, ਤੁਹਾਡਾ ਦੁੱਧ ਚਲ ਗਿਆ, ਤੁਸੀਂ ਪੈਸੇ ਲਓ, ਖੁਸ਼ ਹੋ ਗਈਆਂ। ਉਹਨੇ ਜਦ ਜਿਹੜੀ ਰੋਂਦੀ ਨਹੀਂ ਸੀ ਉਹਨੂੰ ਜਦੋਂ ਪੈਸੇ ਫੜਾਏ, ਉਹ ਕਹਿੰਦੇ ਮੈਨੂੰ ਨਹੀਂ ਪੈਸੇ ਚਾਹੀਦੇ। ਉਹ ਕਹਿੰਦਾ ਤੇਰਾ ਮਟਕਾ ਟੁੱਟ ਗਿਆ। ਕਹਿੰਦੀ ਟੁੱਟ ਗਿਆ, ਦੁੱਧ ਵੀ ਡੁੱਲ ਗਿਆ। ਕਹਿੰਦਾ ਤੂੰ ਕਾਹਤੇ ਨਹੀਂ ਰੋਂਦੀ? ਉਹ ਕਹਿੰਦੀ ਤੈਂ ਇਸ ਗੱਲ ਤੋਂ ਕੀ ਲੈਣਾ? ਉਹ ਕਹਿੰਦਾ ਦੱਸ ਤਾਂ ਸਹੀ। ਉਹ ਕਹਿੰਦੀ ਖਾਸ ਗੱਲਾਂ ਆਮ ਲੋਕਾਂ ਨੂੰ ਨਹੀਂ ਦੱਸੀ ਦੀਆਂ। ਉਹ ਬਾਦਸ਼ਾਹ ਕਹਿੰਦਾ ਮੈਂ ਤੇ ਬਾਦਸ਼ਾਹ ਆ, ਤੂੰ ਮੈਨੂੰ ਆਮ ਬੰਦਾ ਕਿਉਂ ਕਹਿੰਦੀ ਆ? ਕਹਿੰਦੀ ਹੋਏਗਾ ਬਾਦਸ਼ਾਹ, ਮੇਰੇ ਲਈ ਤੂੰ ਆਮ ਬੰਦਾ। ਉਹਨੇ ਵੀ ਸੋਚਿਆ ਵੀ ਗੱਲ ਕੋਈ ਖਾਸ ਹੈ। ਉਹਨੇ ਉਹਨੂੰ ਕਿਹਾ ਵੀ ਮੈਨੂੰ ਤੂੰ ਦੱਸ ਨਬਜ਼ ਦੇ ਘੋੜੇ ਦੀ ਕਹਾਣੀ। ਉਹਨੇ ਕਹਿੰਦੀ ਵੀ ਮੈਂ ਗੁਜਰੀ ਨਹੀਂ ਆ। ਪਹਿਲੀ ਗੱਲ ਜੇ ਸੁਣਨਾ, ਕਹਿੰਦੀ ਮੈਂ ਬਹੁਤ ਖੂਬਸੂਰਤ ਸੀ। ਉਹ ਕਹਿੰਦਾ ਤੂੰ ਹੁਣ ਵੀ ਆ। ਕਹਿੰਦੀ ਜੇ ਹੁਣ ਹੈ ਤੇ ਜਦੋਂ ਜਵਾਨ ਹੋਵਾਂਗੀ ਉਦੋਂ ਕਿੰਨੀ ਖੂਬਸੂਰਤ ਹੋਵਾਂਗੀ। ਕਹਿੰਦੀ ਮੈਨੂੰ ਵਿਆਹ ਤਾਂ ਜਿਸ ਰਿਆਸਤ 'ਚ ਮੈਨੂੰ ਵਿਆਹ ਉੱਥੋਂ ਦਾ ਬਾਦਸ਼ਾਹ, ਕਹਿੰਦੀ ਉਹਨੂੰ ਪਤਾ ਲੱਗਿਆ ਵੀ ਮੈਂ ਬਹੁਤ ਸੂਰਤ ਹਾਂ। ਉਹ ਕਹਿੰਦੇ ਮੈਨੂੰ ਚੁੱਕ ਕੇ ਲੈ ਗਿਆ। ਘਰ ਵਾਲਾ ਮੇਰਾ ਲਾਮ ਨੂੰ ਕਮਾਈ ਕਰਨ ਚਲ ਗਿਆ, ਉਹ ਮੁੜਿਆ ਨਹੀਂ 10-15 ਸਾਲ। ਉਹ ਮੈਨੂੰ ਚੁੱਕ ਕੇ ਲੈ ਗਿਆ। ਸਾਡੇ 2 ਸਾਲ ਦਾ ਪਹਿਲਾ ਬੱਚਾ ਵੀ ਸੀ, ਬੇਟਾ। ਕਹਿੰਦੀ ਬੇਟਾ ਪਤਾ ਨਹੀਂ ਰੁਲ ਗਿਆ। ਉਹ ਕਹਿੰਦਾ ਜਦੋਂ ਮੁੜ ਕੇ ਲਾਮ ਤੋਂ ਮੁੜ ਕੇ ਆਇਆ ਤੇ ਉਹਨੂੰ ਪਤਾ ਲੱਗਾ ਮੇਰੀ ਘਰ ਵਾਲੇ ਨੂੰ ਲੈ ਗਿਆ। ਕਹਿੰਦਾ ਉਹਨੇ ਮੇਰੇ ਤੱਕ ਅਪਰੋਚ ਕੀਤੀ ਵੀ ਤੂੰ ਆਪ ਆਈ ਆ ਕਿ ਤੈਨੂੰ ਬਾਦਸ਼ਾਹ ਚੁੱਕ, ਜੇ ਤੂੰ ਆਪ ਆਈ ਆ ਤੇਰਾ, ਜੇ ਤੈਨੂੰ ਚੁੱਕ ਕੇ ਲਿਆ ਤਾਂ ਉਹ ਕਹਿੰਦੀ ਮੈਨੂੰ ਲੈ ਜਾ, ਮੈਨੂੰ ਮਹਿਲਾਂ ਦੀ ਲੋੜ ਨਹੀਂ, ਮੈਨੂੰ ਕੁੱਲੀਆਂ 'ਚ ਲੈ ਜਾ, ਇਹ ਮੈਨੂੰ ਚੁੱਕ ਕੇ ਲੈ ਜਾ। ਉਹ ਕਹਿੰਦਾ ਲਿਜਾਵਾਂਗਾ ਕਿੱਦਾਂ, ਬਾਦਸ਼ਾਹ ਤੋਂ ਕਿੱਦਾਂ ਲੈ ਕੇ ਜਾਵਾਂਗਾ? ਉਹ ਕਹਿੰਦੀ 1 ਮਹੀਨੇ 'ਚ ਇੱਕ ਰਾਤ ਜੰਗਲ 'ਚ ਕੱਟਦਾ। ਜੰਗਲ 'ਚ ਕੱਟਦਾ, ਕਹਿੰਦੀ ਉੱਥੇ ਮੈਂ ਇਕੱਲੀ ਹੁੰਦੀ ਹਾਂ, ਬਾਕੀ ਸਾਰੀਆਂ ਜਿਹੜੇ ਇਹਦੇ ਸਿਕਿਉਰਿਟੀ ਵਾਲੇ ਉੱਪਰ ਚਲ ਜਾਂਦੇ ਆ। ਕਹਿੰਦੀ ਤਲਵਾਰ ਇਹਦੇ ਕੋਲ ਹੁੰਦੀ ਹੈ, ਮੈਂ ਤੈਨੂੰ ਤਲਵਾਰ ਦੂੰਗੀ, ਉਹਦੇ ਨਾਲ ਇਹਨੂੰ ਵੱਢਦੀ। ਉੱਥੇ ਪਹੁੰਚ ਗਿਆ, ਉਹ ਸੁੱਤਾ ਪਿਆ ਸੀ। ਉਹਨੇ ਉਹਦੀ ਤਲਵਾਰ ਨਾਲ ਉਹਦਾ ਧੌਣ ਵੱਢੀ, ਚਲ ਗਏ ਦੋਵੇਂ ਮੀਆਂ ਬੀਵੀ ਰਾਤ ਨੂੰ ਨਿਕਲ ਗਏ। ਉਹ ਕਹਿੰਦੇ ਜਦੋਂ ਅਸੀਂ ਨਿਕਲੇ ਆ ਤੇ ਮੋਰੇ ਜੰਗਲ ਦਾ ਰਸਤਾ, ਤੇ ਜੰਗਲ ਦੇ ਰਸਤੇ 'ਚ ਮੋਰੇ ਨਾਗ ਟੱਕਰ ਗਿਆ, ਛੋਟਾ ਰਸਤਾ। ਕਹਿੰਦੀ ਨਾਗ ਸਾਨੂੰ ਘੇਰਿਆ ਸੀ। ਕਹਿੰਦਾ
ਮੇਰੇ ਘਰ ਵਾਲਾ ਕਹਿੰਦਾ ਵੀ ਤੂੰ ਨਿਕਲ, ਮੈਂ ਨਾਗ ਨੂੰ ਦੇਖਦਾ। ਕਹਿੰਦੀ ਨਾਗ ਨੇ ਮੇਰੇ ਸਾਹਮਣੇ ਉਹਦੇ ਡੰਗ ਮਾਰਿਆ, ਉਹ ਥਾਂ ਤੇ ਮਰ ਗਿਆ। ਕਹਿੰਦੀ ਫਿਰ ਮੈਂ ਜੰਗਲ 'ਚ ਇਕੱਲੀ ਰਹਿ ਗਈ, ਭਟਕਦੀ, ਕੋਈ ਰਸਤੇ ਦਾ ਨਹੀਂ ਪਤਾ। ਕਹਿੰਦੀ ਮੂਹਰੇ ਡਾਕੂ ਟੱਕਰ ਗਏ। ਡਾਕੂ ਕਹਿੰਦੇ ਵੀ ਅਸੀਂ ਇਹਨੂੰ ਲੈ ਕੇ ਜਾਣਾ, ਉਹ ਕਹਿਣ 4-5 ਜਣੇ, ਕਿਉਂਕਿ ਮੈਂ ਲੈ ਕੇ ਜਾਣਾ। ਕਹਿੰਦੀ ਫਿਰ ਡਾਕੂਆਂ ਦਾ ਮੁਖੀ ਸਰਦਾਰ ਆ ਗਿਆ, ਉਹ ਕਹਿੰਦਾ ਨਹੀਂ, ਇਹ ਡਾਕੂਆਂ ਦਾ ਧਰਮ ਨਹੀਂ। ਕਹਿੰਦਾ ਆਪਾਂ ਇਹਨੂੰ ਲਿਜਾ ਕੇ ਵੇਚਦੇ ਹਾਂ। ਕਹਿੰਦੀ ਉਹਨੇ ਮੈਨੂੰ ਲਿਆ ਕੇ ਕੋਠੇ ਤੇ ਵੇਚਤਾ। ਕਹਿੰਦੀ ਮੈਂ ਧੰਦਾ ਕਰਨ ਲੱਗੀ। ਕਹਿੰਦੀ ਮੈਂ ਧੰਦਾ ਕਰਨ ਲੱਗੀ, ਬੇੜਾ ਉੱਦਣ ਬੈਠਾ ਜਿੱਦਣ ਮੇਰਾ ਹੀ ਪੁੱਤ ਆ ਗਿਆ। ਕਹਿੰਦੀ ਉਹਨੂੰ ਨਹੀਂ ਪਤਾ ਸੀ ਮੈਂ ਉਹਦੀ ਮਾਂ ਆ, ਮੈਨੂੰ ਉਹਦੀਆਂ ਨਿਸ਼ਾਨੀਆਂ ਦਾ ਪਤਾ ਸੀ ਕਿ ਮੇਰਾ ਇਹ ਪੁੱਤ ਹੈ। ਕਹਿੰਦੀ ਉਸ ਤੋਂ ਬਾਅਦ ਮੇਰਾ ਜਿਉਣਾ ਕੀ ਰਹਿ ਗਿਆ। ਕਹਿੰਦੀ ਮੈਂ ਸੋਚਿਆ ਵੀ ਮੈਂ ਆਪ ਹੀ ਚਿਖਾ ਨੂੰ ਅੱਗ ਲਾ ਕੇ ਆਪ ਹੀ ਮਰਨਾ। ਕਹਿੰਦੀ ਮੈਂ ਦਰਿਆ ਦੇ ਕੰਢੇ ਜਾ ਕੇ ਚਿਖਾ ਚੜ੍ਹਨੇ ਵਿੱਚ ਲੰਮੀ ਪੈ ਗਈ। ਜਦੋਂ ਮੈਂ ਅੱਗ ਲਾਉਣ ਲੱਗੀ, ਕਹਿੰਦੀ ਤੇਜ਼ ਹਨੇਰੀ ਆਈ, ਮੈਨੂੰ ਸਣੇ ਚਿਖਾ ਦੇ ਦਰਿਆ 'ਚ ਸਿੱਟਤਾ। ਕਹਿੰਦੀ ਫਿਰ ਮੈਂ ਡੁੱਬਦੀ ਤਰਦੀ ਜਾ ਰਹੀ ਸੀ ਤੇ ਮੋਰੇ ਧੋਬੀ ਕੱਪੜੇ ਧੋਂਦੇ। ਕਹਿੰਦੀ ਉਹਨੇ ਕੱਢ ਲਿਆ, ਉਹਨਾਂ 'ਚ ਇੱਕ ਧੋਬੀ, ਕਹਿੰਦੇ ਵਿਆਹ ਨਹੀਂ ਸੀ, ਉਹ ਕਹਿਣ ਵੀ ਤੂੰ ਲੈ ਜਾ ਤੂੰ ਲੈ ਜਾ। ਕਹਿੰਦੀ ਉਹਨਾਂ 'ਚ ਇੱਕ ਮੈਨੂੰ ਧੋਬੀ ਲੈ ਗਿਆ। ਕਹਿੰਦੀ ਧੋਬੀ ਮਰ ਗਿਆ, ਉਹਨੇ ਗੁੱਜਰਾਂ ਤੋਂ ਦੁੱਧ ਲਿਆਉਂਦੇ ਸੀ, ਉਹਨੇ ਪੈਸੇ ਨਹੀਂ ਦਿੱਤੇ। ਕਹਿੰਦੀ ਗੁੱਜਰ ਕਹਿੰਦੇ ਉਹਨਾਂ 2000 ਰੁਪਇਆ ਜਾਂ 200 ਰੁਪਏ ਸਾਨੂੰ ਦੇ ਦਿਓ। ਕਹਿੰਦੀ ਗੁੱਜਰ ਉਹ ਲੈ ਗਏ, ਉਹ ਮੈਨੂੰ ਲੈ ਆਏ। ਕਹਿੰਦੀ 15-20 ਦਿਨ ਹੋ ਗਏ, ਫਿਰ ਮੈਨੂੰ ਕਹਿੰਦੀ ਮੈਂ ਦੁੱਧ ਦਾ ਕੰਮ ਕਰਨ ਲੱਗ ਪਈ। ਕਹਿੰਦੀ 15-20 ਦਿਨ ਹੋ ਗਏ, ਗੁੱਜਰ ਵੀ ਮਰ ਗਿਆ। ਉਹ ਕਹਿੰਦੀ ਤੂੰ ਮਟਕੇ ਦੀ ਗੱਲ ਕਰਦਾ, ਦੁੱਧ ਦੀ ਗੱਲ ਕਰਦਾ। ਕਹਿੰਦੀ ਮੇਰਾ ਜ਼ਿੰਦਗੀ 'ਚ ਬਚਿਆ ਹੀ ਕੀ ਆ ਜੇ ਤੇ ਰੋਣ ਲੱਗ ਪਵਾਂ। ਕਈ ਬੰਦਿਆਂ ਨੇ ਜ਼ਿੰਦਗੀ 'ਚ ਇੰਨਾ ਯਥਾਰਥ ਜ਼ਿੰਦਗੀ ਦਾ ਸੱਚ ਦੇਖਿਆ ਕਿ ਉਹਨਾਂ ਨੂੰ ਛੋਟੀਆਂ-ਛੋਟੀਆਂ, ਕਈ ਬੰਦੇ ਛੋਟੀਆਂ-ਛੋਟੀਆਂ ਗੱਲਾਂ ਤੋਂ ਉੱਧਰ ਜਾਂਦੇ ਨੇ, ਘਬਰਾ ਜਾਂਦੇ ਨੇ। ਕਈ ਵੱਡੀਆਂ ਗੱਲਾਂ ਨੂੰ ਕਦੇ ਹੋਊ ਭਰੇ। ਸਾਡਾ ਸਮਾਜ ਤਾਂ ਟੁੱਟ ਗਿਆ ਕਿ ਅਸੀਂ ਹੋਊ ਭਰੇ ਕਹਿਣ ਦੀ ਆਦਤ ਛੱਡ ਦਿੱਤੀ ਆ। ਅਸੀਂ ਇਹ ਕਹਿੰਦੇ ਮਿੱਤਰਾ ਹੱਥ ਅੜਿੱਕ ਕੇ ਆ ਗਿਆ, ਹੁਣ ਇਹਨੂੰ ਛੱਡੀ ਨਾ। ਆਹ ਸਾਡਾ ਐਟੀਚਿਊਡ ਬਣ ਗਿਆ। ਲਿਖਣਾ ਤੇ ਮੇਰਾ, ਰੋਟੀ ਖਾਣਾ ਤਾਂ ਮੇਰੀ ਇੰਜੀਨੀਅਰਿੰਗ ਸੀ। ਜਿਹੜਾ ਜੋ ਕੁਛ ਮੈਂ ਲਿਖਣ ਚੋਂ ਖੱਟਿਆ, ਉਸ ਖੱਟਣਾ ਔਖਾ ਬਹੁਤ ਹੈ। ਮੈਂ ਤੁਹਾਨੂੰ ਸਿਰਫ ਪੈਸੇ ਦੀ ਕਮਾਈ ਨੂੰ ਖੱਟੀ ਨਾ ਸਮਝ। ਜੇ ਮੈਂ ਪੈਰਿਸ ਵੀ ਗਿਆ, ਮੈਂ ਦੁਬਈ ਵੀ 15 ਦਿਨ ਲਿਖਿਆ ਸੀ, ਮੈਂ 3 ਮਹੀਨੇ ਨਹੀਂ ਆਇਆ, ਕਿਉਂਕਿ ਦੁਬਈ ਜਜ਼ੀਦ ਅਖਬਾਰ ਪੜ੍ਹਨ ਵਾਲਾ ਬਹੁਤ ਅਜੀਤ ਬਹੁਤ ਜਾਂਦੀ ਹੈ। ਇਹ ਪਿਆਰ ਦਾ ਕਾਫਲਾ। ਮੈਂ ਸੂਬਾ ਸਿੰਘ ਚੱਕਰਧਾਰੀ ਉਹਨਾਂ ਦੀਆਂ, ਉਹ ਇੱਕ ਕਾਲਮ ਸ਼ਬਦ ਆਉਂਦਾ ਸੀ ਅਜੀਤ 'ਚ, ਡੰਗ ਤੇ ਜੁਬਾ। ਮੈਂ ਸੂਬਾ ਸਿੰਘ ਦੀ ਹੀਰ ਪੜ੍ਹੀ, ਜਿਹੜੀ ਮੈਂ ਵਾਰਸ ਦੀ ਹੀਰ ਵੀ ਪੜ੍ਹੀ, ਸੂਬਾ ਸਿੰਘ ਦੀ ਵੀ ਹੀਰ ਪੜ੍ਹੀ, ਜਿਹੜੀ ਵਿਅੰਗਮਈ ਹੀਰ ਹੈ। ਮੇਰੇ ਤੇ ਭੂਸ਼ਣ ਧਿਆਨਪੁਰੀ ਉਹਨਾਂ ਦਾ ਅਜੀਤ 'ਚ ਕਾਲਮ ਲਿਖਦੇ ਸੀ, ਐਡੀਟੋਰੀਅਲ ਪੇਜ 'ਤੇ ਉਹਨਾਂ ਦਾ ਕਾਵਿ ਸ਼ਬਦ ਦਾ, ਉਹ ਮੇਰੇ ਤੇ ਅਸਰ ਸੀਗਾ। ਮੈਂ ਉਸ ਢੰਗ ਨਾਲ ਇੱਕ ਗੱਲ ਬਣੀ ਕਿ ਨਹੀਂ, ਜਾਂ ਵਕਤ ਜਾਂ ਕਰਾਰਾ ਪੂਦਨਾ ਮੈਂ ਇੰਡੋ ਕਨੇਡੀਅਨ ਜਿਹੜਾ ਕੈਨੇਡਾ ਤੋਂ ਸ਼ਬਦ ਆ ਉਹਦੇ 'ਚ ਲਗਾਤਾਰ ਲਿਖਦਾ ਰਿਹਾ। ਮਤਲਬ ਇੱਕ ਕਾਵਿ ਵਿਅੰਗ ਇੱਕ ਐਸਾ ਢੰਗ ਹੈ ਕਿ ਜਿਹਦੇ ਨਾਲ ਤੁਸੀਂ ਕੋਈ ਵੀ ਗੱਲ ਚੰਗੇ ਤਰੀਕੇ ਨਾਲ ਕਹਿ ਸਕਦੇ ਆ। ਜਿਵੇਂ ਮੈਂ ਚਿੜੀਆਂ ਦੀ ਗੱਲ ਕਰਦਾ, ਦੁੱਧ ਤੇ ਪੁੱਤ ਦੀਆਂ ਗੱਲਾਂ ਆਪਾਂ ਅਕਸਰ ਕਰਦੇ ਹਾਂ। ਇੱਕ ਘਰ 'ਚ, ਮੈਂ ਤੁਹਾਨੂੰ ਪੋਇਟਰੀ ਸੁਣਾਉਂਦਾ, ਪਹਿਲਾਂ ਥੋੜ੍ਹੀ ਕਹਾਣੀ ਦੱਸਦਾ। ਇੱਕ ਘਰ ਦੇ ਵਿੱਚ ਵਿਆਹ ਹੋ ਗਿਆ, ਨਹੀਂ, ਇੱਕ ਘਰ 'ਚ ਰੌਣਕ ਬੜੀ ਸੀ, ਚਾਨਣੀਆਂ ਲੱਗੀਆਂ ਹੋਈਆਂ, ਝੰਡੀਆਂ ਉੱਪਰ ਲੱਗੀਆਂ ਹੋਈਆਂ, ਤੇ ਉਸ ਘਰ ਦੇ ਵਿਹੜੇ 'ਚ ਇੱਕ ਪਾਸੇ ਬੱਕਰੀ ਬੰਨੀ ਹੈ, ਇੱਕ ਪਾਸੇ ਗਾਂ ਬੰਨੀ ਹੈ। ਦੋਏ ਮਿਆਂ, ਗਾਂ ਡਿੰਗ ਰਹੀ ਆ, ਬੱਕਰੀ ਮਿਆਂ ਰਹੀ। ਤੇ ਬੱਕਰੀ ਜਿਹੜੀ ਗਾਂ ਨੂੰ ਕਹਿੰਦੀ ਆ ਵੀ ਤੇਰਾ ਐਡਾ ਗਲਾ, ਵੀ ਤੂੰ ਸਵੇਰ ਦਾ ਸੰਗ ਪੜਿਆ, ਮੇਰੇ ਕੰਨ ਵੀ ਦੁਖਣ ਲੱਗ ਪਏ, ਬੱਸ ਕਰ ਹੁਣ, ਤੂੰ ਕਾਹਤੇ ਡਿੱਗੀ ਜਾਂਦੀ ਆ। ਉਹ ਕਹਿੰਦੀ ਹੈ ਜ਼ਿਮੀਦਾਰ ਨੇ ਮੈਨੂੰ ਸਵੇਰ ਦੇ ਨਾ ਪੱਠੇ ਪਾਏ ਨਾ ਪਾਣੀ ਪਿਲਾਇਆ, ਜਦੋਂ ਸ਼ਾਮ ਨੂੰ ਬਾਲਟੀ ਦੁੱਧ ਦੀ ਲੈ ਕੇ ਆਉਣੀ, ਕਹਿੰਦੇ ਮੈਂ ਬਾਲਟੀ ਦੇ ਲੱਤ ਮਾਰਨੀ, ਵਿੱਚੇ ਉਹਦੇ ਮਾਰਨੀ, ਕਹਿੰਦੀ ਸਾਰਾ ਕੁੱਟੇ ਦੀ ਕਰ ਦਿੱਤਾ।
ਉਹ ਬੱਕਰੀ ਨੂੰ ਕਹਿੰਦੀ ਵੀ ਤੇਰੀ ਵੀ ਲਲੋ ਅੰਦਰ ਨਹੀਂ ਬੜੀ, ਤੂੰ ਵੀ ਸਵੇਰ ਦੀ ਲੱਗੀ ਹੋਈ ਆ, ਤੇਰਾ ਕੀ ਰੌਲਾ, ਇੰਨਾ ਕੁ ਤੇਰਾ ਢਿੱਡ ਵਾ। ਬੱਕਰੀ ਉਹਨੂੰ ਕਹਿੰਦੀ ਇਹ ਜ਼ਿਮੀਂਦਾਰ ਦੇ ਘਰ 3 ਕੁੜੀਆਂ ਤੋਂ ਬਾਅਦ ਪੁੱਤ ਜੰਮਿਆ, ਕਹਿੰਦੀ ਉਹ ਮੇਰਾ ਬੱਚੜਾ ਜਿਹੜਾ ਸਾਹਮਣੇ ਧੁੱਪੇ ਸੁੱਤਾ ਪਿਆ, ਕਹਿੰਦੀ ਇਹਨੇ ਪਰਸੋਂ ਨੂੰ ਬਚਣਾ ਨਹੀਂ। ਮੈਂ ਕਹਿੰਦੀ ਉਹਦੇ ਵੱਲ ਦੇਖ ਕੇ ਝੂੜਦੀਆਂ, ਕਹਿੰਦੀ ਤੈਨੂੰ ਦੁੱਧ ਦੀ ਪਈ ਆ, ਮੈਨੂੰ ਪੁੱਤ ਦੀ ਪਈ। ਇੰਸੀਡੈਂਟਲ ਗੱਲ ਹੈ, ਜਦੋਂ ਤੁਸੀਂ ਕਿਸੇ ਨੂੰ ਕਿਸੇ ਦੀ ਪਈ ਆ, ਕਿਸੇ ਨੂੰ ਕਿਸੇ ਦੀ ਪਈ ਆ। ਸੋ ਹਿਰਦ ਸ਼ਾਇਰੀ ਵੀ ਮੈਂ ਕਰ ਲੈਣਾ, ਇੱਦਾਂ ਨਹੀਂ ਗੱਲ ਕਿ ਮੈਂ ਸਿਰਦ ਨਹੀਂ ਕਰਦਾ ਵੀ ਤੁਹਾਨੂੰ ਸਭ ਅੱਜ ਕੁਛ ਕੱਲ ਜਾਗਦੇ ਰਹੇ ਲੱਗਦੇ ਹਨਾ, ਨੀਂਦ ਉਹਨੇ ਮਲਤੀ ਮਾਰੀ ਬਈ ਸ਼ਾਇਰੀ ਕੀ ਆ ਕਿ ਮੈਂ ਅੱਛੇ ਦਿਨਾਂ ਦੀ ਹੁਣੇ ਗੱਲ ਕਰਨ ਕੀ ਗਿਆ ਸੀ ਮੋੜੋਂ ਤੋਂ ਕਿ ਜਦੋਂ ਇੱਕ ਵਾਰੀ ਰਾਜਸਥਾਨ ਦਾ ਬਾਰਡਰ ਬੰਦ ਹੋ ਗਿਆ, ਭੁੱਖੀ ਬੰਦ ਹੋ ਗਈ, ਅਮਲੀ ਇੱਕ ਦਿਨ ਗੱਲ ਲੱਗ ਕੇ ਰੋਣ ਲੱਗ ਪਏ, ਮਰ ਗਏ ਸੀ। ਅੱਛਾ ਬਿਲਕੁਲ ਭੁੱਖੀ ਦੀ ਗੱਲ ਕਰ, ਉਹ 2 ਅਮਲੀ ਜਿਹੜੇ ਆ ਉਹ ਆਪਸ ਵਿੱਚ ਦੋਏ ਛੜੇ ਆ, ਮਾਲਵੇ ਚ ਜਾਗਰ ਨਾਜਰ 2 ਆਮ ਕਰੈਕਟਰ ਨੇ। ਉਹ ਦੋਏ ਜਣੇ ਗਲ ਲੱਗ ਕੇ ਰੋਂਦੇ ਆ ਕਿ ਨਾਜਰ ਜਾਗਰ ਅਮਲੀ ਦੋਵੇਂ ਫਿਰ ਨਕੀਰ ਨੇ ਪਾਉਂਦੇ, ਨਾਜਰ ਜਾਗਰ ਅਮਲੀ ਦੋਵੇਂ ਫਿਰ ਨਕੀਰ ਨੇ ਪਾਉਂਦੇ, ਇੱਕ ਦੂਜੇ ਗਲ ਬਾਹਾਂ ਪਾ ਕੇ ਦੁਖੜੇ ਖੋਲ ਸੁਣ ਕਿ ਉਹੀ ਦਰੋਗਾ ਥਾਣਾ ਮੋੜ ਦੇ ਉਸੇ ਚਵਾਰੇ ਉੱਤੇ, ਉਹੀ ਦਰੋਗਾ ਥਾਣਾ ਮੋੜ ਦੇ ਉਸੇ ਚਵਾਰੇ ਉੱਤੇ, ਉਹੀ ਗਲੀਆਂ ਉਹੀ ਅਵਾਰਾ ਰੋਜ਼ ਭੌਂਕਦੇ ਕੁੱਤੇ, ਭੁੱਕੀ ਖਾਤਰ ਲਾਉਣ ਨੂੰ ਫਿਰਦੇ ਰਾਜਸਥਾਨ ਨੂੰ ਜਿੰਦਾ, ਇਸੇ ਗੰਭ ਚ ਮੜ ਗਿਆ ਆਪਣਾ ਆੜੀ ਪਰਸੋਂ ਛਿੰਦਾ। ਸਾਨੂੰ ਫਾਹੇ ਟੰਗ ਕੇ ਵੇਖੋ ਕੀ ਨਿਕਲਿਆ ਸਿੱਟਾ, ਸੋਨੇ ਦੇ ਭਾਵੇਂ ਕਦਾੜਿਆ ਕਹਿੰਦੇ ਜਿਹਨੂੰ ਗੱਲ ਨਹੀਂ ਬਣਨੀ, ਰਹਿ ਗਏ ਆਪਾਂ ਦੋਵੇਂ ਛੜੇ ਸਦੀਵੀਂ, ਮੋਦੀ ਕਿੱਥੋਂ ਲਿਆ ਤੂੰ ਆਪਣੀ ਛੱਡੀ ਪਈ। ਕਹਿੰਦਾ ਤੂੰ ਹੀ ਦੱਸ ਦੇ ਦਿਨ, ਕਹਿੰਦਾ ਸੀ ਕਦੋਂ ਆਉਣਗੇ ਅੱਛੇ। ਇੱਕ ਦਿਨ ਪੁੱਛਦਾ ਵੀ ਤੂੰ ਹੀ ਦੱਸ ਦੇ ਦਿਨ, ਕਹਿੰਦਾ ਸੀ ਕਦੋਂ ਆਉਣਗੇ ਅੱਛੇ, ਉਹੀ ਨਾਲਾ ਉਹੀ ਪੁਰਾਣੇ ਧੋ ਪਾਈਏ। ਮੈਂ ਇੱਦਾਂ ਦੀ ਪੋਇਟਰੀ ਕਰਦਾ ਹੁਣ, ਮੈਨੂੰ ਇੱਦਾਂ ਦੀ ਹੀ ਆਉਂਦੀ ਆ ਮੈਨੂੰ, ਛੱਡਿਆ ਨਹੀਂ ਕਿ ਮੈਂ ਗੀਤਕਾਰੀ ਨਾਲ, ਗੀਤਕਾਰਾਂ ਨਾਲ, ਸੰਗੀਤ ਨਾਲ, ਜਦੋਂ ਮੈਂ 70 ਚ ਸਿੱਧੂ ਸਾਹਿਬ 70 ਦੀ ਰੇਂਜ 'ਚ ਨਾ ਆਇਆ ਤੇ ਉਦੋਂ ਨਾ ਛੜੇ ਜੇਠ ਨੂੰ ਰੱਸੀ ਨਹੀਂ ਦੇਣੀ, ਆਹ ਕਰ ਦੇਣਾ ਹਨਾ, ਛੜਾ ਘੂਰ ਕੇ ਦੇਖਦਾ। ਉਹ ਛੜਿਆਂ ਨੂੰ ਇੱਦਾਂ ਲੱਗਦਾ ਸੀ ਵੀ ਵਿਹਲੇ ਜਿਹੇ ਜਿਨ੍ਹਾਂ ਦਾ ਕੋਈ ਝੱਲਦਾ ਨਹੀਂ, ਨਕਾਰੇ ਲੋਕ ਹੈ। ਪਰ ਪਿਛਲੇ ਇੱਕ ਦਹਾਕੇ ਤੋਂ ਇਸ ਨਾਂ ਨੂੰ ਰਿਸਪੈਕਟ ਮਿਲ ਗਈ, ਵੱਡੇ ਅਹੁਦੇ ਮਿਲ ਗਏ ਵੀ ਛੜਾ ਛੜੇ ਦੇ ਕੰਨ ਵਿੱਚ ਕਹਿਣ ਲੱਗਾ ਆਪਾਂ ਚੰਗਾ ਹੀ ਵਕਤ ਲਗਾ ਲਿਆ। ਛੜਾ ਛੜੇ ਦੇ ਕੰਨ ਵਿੱਚ ਕਹਿਣ ਲੱਗਾ ਆਪਾਂ ਚੰਗਾ ਹੀ ਵਕਤ ਲਗਾ ਲਿਆ ਏ, ਰੰਨਾਂ ਵਾਲਿਆਂ ਨਾਲ ਬੜੀ ਕਪੱਤ ਹੁੰਦੀ, ਗੋਲਾ ਬੇਗੀ ਨੇ ਰੋਜ਼ ਰੰਨਾਂ ਵਾਲਿਆਂ ਨਾਲ ਬੜੀ ਕਪੱਤ ਹੁੰਦੀ, ਗੋਲਾ ਬੇਗੀ ਨੇ ਰੋਜ਼ ਹੀ ਢਾ ਲਿਆ ਏ, ਆਪਾਂ ਫੂਕ ਨਹੀਂ ਚੁੱਲ੍ਹੇ ਵਿੱਚ ਕਦੇ ਮਾਰੀ, ਫੁਲਕਾ ਰੱਜ ਕੇ ਡੇਰੇ ਤੋਂ ਖਾਈਦਾ ਏ, ਸਾਰੇ ਯਹਾਂ ਸੇ ਅੱਛਾ ਵੇਖਣੇ ਨੂੰ ਮੰਜਾ ਚਾੜ ਚਵਾਰੇ ਤੇ ਢਾਈ ਦਿੰਦਾ। ਹੋਵੇ ਮੰਤਰੀ ਅਫਸਰ ਕੋਈ ਪੁਲਿਸ ਵਾਲਾ, ਹੋਵੇ ਮੰਤਰੀ ਅਫਸਰ ਕੋਈ ਪੁਲਿਸ ਵਾਲਾ, ਬਹਿ ਕੇ ਦਫ਼ਤਰ ਹੀ ਮੁੱਛਾਂ ਵੱਟਦੇ ਨੇ, ਕਿਤੇ ਹੱਥ ਨੇ ਆ ਕੇ ਘਰੇ ਵੇਖੀ ਸਾਰੇ ਬੀਬੀ ਦੀਆਂ ਤਲੀਆਂ। ਨਾ ਵਿਆਹ ਨਾ ਕੁਆਰਾ ਨਾ ਮੰਗ ਛੁੱਟੀ, ਕੈਸਾ ਵੇਖ ਲੋ ਚੱਕਰ ਚਲਾ ਲਿਆ ਏ। ਨਾ ਵਿਆਹਿਆ ਨਾ ਕੁਆਰਾ ਨਾ ਮੰਗ ਛੁੱਟੀ, ਕੈਸਾ ਵੇਖ ਲੋ ਚੱਕਰ ਚਲਾ ਲਿਆ ਏ। ਉਹਦੀਆਂ ਉਹੀ ਜਾਣਦਾ ਏ ਹੱਥ ਮੁਲਕ ਦੀ ਗੱਦੀ ਨੂੰ। ਪਹਿਲਾਂ ਪਤੀ ਆਵੇ ਪਿੱਛੋਂ ਪੁੱਤ ਡੱਕ ਕੇ, ਛਿੱਲ ਦੋਹਾਂ ਦੀ ਧਨੋਂ ਉਧੇੜਦੀ ਆ। ਪਹਿਲਾਂ ਪਤੀ ਆਵੇ ਪਿੱਛੋਂ ਪੁੱਤ ਡੱਕ ਕੇ, ਛਿੱਲ ਦੋਹਾਂ ਦੀ ਧਨੋਂ ਉਧੇੜਦੀ ਆ। ਪੌਰੇ ਚੰਗੀਆਂ ਚੂੜੇ ਵਾਲੀਆਂ ਤੋਂ ਕੰਮ ਛੜਿਆ। ਇੱਕ ਜਿਹੜੇ ਸ਼ਾਇਰ ਭਰਾ ਆ, ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਜੇ ਨਾ ਪ੍ਰੈਜੈਂਟੇਸ਼ਨ ਜਿਹੜੀ ਮੁਰਗਾ ਤੇ ਮੁਰਗੀ ਖਾਣੇ 'ਚ 50 ਰੁਪਈਆ ਦਾ ਹੀ ਆ,
ਉਹੀ ਮੁਰਗਾ 7 ਸਟਾਰ ਹੋਟਲ ਜਦੋਂ ਜਾਂਦਾ ਤੇ 1650 ਦਾ ਮਿਲਦਾ ਅੱਜ ਕੱਲ੍ਹ। ਉਹੀ ਮੁਰਗਾ ਜਦੋਂ ਆਪਾਂ ਢਾਬੇ ਤੇ ਜਾਂਦੇ ਉਹ 200 ਦਾ ਮਿਲ ਜਾਂਦਾ। ਪ੍ਰੈਜੈਂਟੇਸ਼ਨ ਹੈ, ਮੁਰਗਾ ਉਹੀ ਹੈ, ਪ੍ਰੈਜੈਂਟੇਸ਼ਨ। ਕਵਿਤਾ ਜਦੋਂ ਨਾ ਆਪਾਂ ਦੇਖ ਕੇ ਪੜ੍ਹਦੇ ਆ, ਜਿਹੜਾ ਮੇਰਾ ਅਨੁਭਵ, ਚਾਹੇ ਆਪਾਂ ਹੁਣ ਤਾਂ ਮੋਬਾਈਲ ਤੋਂ ਪੜ੍ਹਨ ਵਾਲੀ ਗੱਲ ਆ ਗਈ, ਜਦੋਂ ਆਪਾਂ ਕਵਿਤਾ ਦੇਖ ਕੇ ਪੜਾਂਗੇ ਕਵਿਤਾ 'ਚ ਨਾ ਰਿਦਮ ਆਏਗੀ ਤੇ ਨਾ ਕਵਿਤਾ ਨਾ ਜਸਟੀਫਿਕੇਸ਼ਨ। ਜਿੰਨੇ ਵੀ ਬੰਦੇ ਜਵਾਨੀ ਕਵਿਤਾ ਸੁਣਾਉਂਦੇ ਹੋਣਗੇ ਉਹਨਾਂ ਦਾ ਇੱਕ ਆਪਣਾ ਰੰਗ। ਜਿਹਦਾ ਜਿੰਨਾ ਸਾਹਿਤ ਹੈ, ਮੈਂ ਜਹਾਜ਼ 'ਚ ਸਫ਼ਰ ਕਰਦਾ 16-17 ਘੰਟੇ ਦਾ ਅਮਰੀਕਾ ਦਾ ਸਫ਼ਰ ਹੈ ਵੀ ਜਿੰਨੇ ਗੋਰੇ ਆ ਜਾਂ ਚੰਗੇ ਲੋਕ ਆ ਜਾਂ ਉਹ ਲੈਪਟਾਪ ਤੇ ਕੰਮ ਕਰਦੇ ਆ ਜਾਂ ਉਹ ਪੜ੍ਹਦੇ ਆ ਤੇ ਸਾਡੇ ਬੰਦੇ ਜਾਂ ਸੁੱਤੇ ਪਏ ਜਾਂ ਪੈਗ ਲਾ ਰਹੇ। ਆਹੀ ਸਫ਼ਰ ਹੈ 16 ਘੰਟੇ ਦਾ। ਤੁਸੀਂ ਬਿਨਾਂ ਪੜ੍ਹੇ ਤੋਂ ਲਿਖ ਨਹੀਂ ਸਕਦੇ, ਤੁਸੀਂ ਬਿਨਾਂ ਪੜ੍ਹੇ ਤੋਂ ਪੱਤਰਕਾਰੀ ਨਹੀਂ ਕਰ ਸਕਦੇ। ਤੁਸੀਂ ਅਪਡੇਟ ਕਿੱਦਾਂ ਹੋਣਾ? ਜੇ ਮੈਨੂੰ ਚਮਗਿੱਦੜਾਂ ਦਾ ਰੌਲਾ ਪੈ ਗਿਆ, ਚਮਗਿੱਦੜਾਂ ਤੋਂ ਆ ਗਿਆ ਉਹ ਜਿਹੜਾ ਵਾਇਰਸ ਆਇਆ ਸੀ, ਉਹ ਵਾਇਰਸ ਚਮਗਿੱਦੜਾਂ 'ਚ ਆਲਰੇਡੀ ਆ। ਇਹਨੂੰ ਜਿਹੜਾ ਨਵਾਂ ਨਾਂ ਦਿੱਤਾ ਗਿਆ ਉਹ ਇਸ ਕਰਕੇ ਦਿੱਤਾ ਗਿਆ ਕਿ ਇਹ ਉਹ ਵਾਇਰਸ ਨਹੀਂ ਜਿਹੜਾ ਚਮਗਿੱਦੜਾਂ 'ਚ ਸੀਗਾ ਪਹਿਲਾਂ। ਮਤਲਬ ਤੁਹਾਨੂੰ ਸਾਇੰਸ ਪ੍ਰਤੀ ਵੀ ਅਪਡੇਟ ਹੋਣਾ ਪਊਗਾ, ਤੁਹਾਨੂੰ ਪੋਲੀਟੀਕਲੀ ਵੀ ਅਪਡੇਟ ਹੋਣਾ ਪਊਗਾ। ਜੇ ਤੁਸੀਂ ਸ਼ਾਇਦ ਅਮਰੀਕਾ ਵਰਗੇ ਜਾਂ ਬਾਹਰਲੇ ਕਿਸੇ ਮੁਲਕ ਤੋਂ ਪੱਤਰਕਾਰੀ ਕਰਦੇ ਹੋ ਫਿਰ ਤੁਹਾਨੂੰ ਇੰਟਰਨੈਸ਼ਨਲ ਵੀ ਥੋੜ੍ਹਾ ਧਿਆਨ ਰੱਖਣਾ ਪਊਗਾ। UN ਕੀ ਕਰ ਰਹੀ ਹੈ, ਕੀ ਕਰ ਰਿਹਾ, ਸ਼ਾਇਰੀ ਹੋਈ, ਲੇਖਣੀ ਹੋਈ ਜਾਂ ਹੋਰ ਹੈ। ਜਿਵੇਂ ਉਹਨਾਂ ਨੂੰ ਤੁਹਾਨੂੰ ਸ਼ੁਰੂਆਤ 'ਚ ਕਿਹਾ ਵੀ ਮੈਂ ਹਲੇ ਇਸ ਸਟਰਗਲ 'ਚ ਲੱਗਾ ਹੋਇਆ ਕਿ ਮੈਨੂੰ ਵੀ ਸ਼ਾਇਦ ਕਦੀ ਬ੍ਰੇਕ ਮਿਲੇ। ਹਲੇ ਮੈਂ ਕੰਮ ਕਰ ਰਿਹਾ, ਮੈਂ ਪਿਛਲੇ 3 ਸਾਲ ਤੋਂ ਇੱਕ ਕੰਮ ਕਰ ਰਿਹਾ ਢਾਡੀਆਂ ਦੇ। ਮੈਂ ਪਹਿਲਾਂ ਕਿਤਾਬ ਲਿਖੀ ਸੀ, ਉਦੋਂ ਬੜਾ ਛੋਟਾ ਸੀ, 19 ਸਾਲਾਂ ਦਾ ਸੀ। ਉਦੋਂ ਪਹਿਲਾਂ ਮੈਨੂੰ ਪਤਾ ਹੀ ਨਹੀਂ ਸੀ। ਹੁਣ ਮੈਂ 6ਵੇਂ ਪਾਤਸ਼ਾਹ ਭਾਈ ਨੱਥਾ ਤੇ ਅਬਦੁੱਲਾ ਜਿਹੜਾ ਮੇਰੀ ਪਹਿਲੀ ਢਾਡੀ ਸੀ ਉੱਥੋਂ ਸ਼ੁਰੂ ਹੋ ਕੇ ਲੱਗਾ ਹੋਇਆ। 3 ਸਾਲ ਹੋ ਗਏ, 2 ਸਾਲ ਹੋਰ ਲੱਗ ਜਾਣਗੇ, ਜ਼ਿਆਦਾ ਕਾਹਲੀ ਕਰੂੰਗਾ ਸਾਲ ਲੱਗੇਗਾ। ਮੈਂ ਕੋਟੇਸ਼ਨਾਂ ਦੀ ਕਿਤਾਬ ਲੱਗਾ ਹੋਇਆ ਕਿ ਮੇਰਾ ਭਰਾ ਫੌਜੀ ਆ, ਮੈਂ ਇੱਕ ਕਦੇ ਕੋਟੇਸ਼ਨ ਸੀਗੀ ਉਹ ਹੱਸ ਰਿਹਾ ਸੀਗਾ। ਫੌਜੀ ਵੈਸੇ ਵੀ ਘੱਟ ਹੱਸਦੇ ਆ, ਮੇਰੇ ਭਰਾ ਦੀ ਨਹੀਂ, ਵੈਸੇ ਘੱਟ ਹੱਸਦੇ ਆ। ਉਹਦੇ 'ਚ ਇੱਕ ਲਾਈਨ ਸੀ ਕਿ ਫੌਜੀ ਆਪਣੀਆਂ ਪਤਨੀਆਂ ਨੂੰ ਜੀ ਇਸ ਕਰਕੇ ਕਹਿੰਦੇ ਆ ਕਿ ਉਹਨਾਂ ਨੂੰ ਪਤਾ ਹੁੰਦਾ ਵੀ ਜੰਗ ਦੇ ਨਤੀਜੇ ਬਹੁਤ ਚੰਗੇ ਨੇ। ਇਹ ਵੀ ਠੀਕ ਹੈ, ਉਹ ਵੀ ਕੋਸ਼ਿਸ਼ ਕਰ ਰਹੇ ਹਾਂ। ਮੈਂ ਗੀਤ ਵੀ ਮੈਂ ਕਦੇ ਗੀਤ ਵੀ ਰਿਕਾਰਡ ਕਰਦੇ ਆ ਜਾਂ ਹੋਰ ਹੈ, ਇੱਦਾਂ ਦਾ ਸਾਰਾ ਕੁਛ ਕੰਮ ਕਰੀ ਜਾਂਦੇ ਆ। ਪਰ ਮੈਂ ਜਦੋਂ ਇੱਥੇ ਸੀਗਾ 18-19 ਸਾਲ, ਮੈਂ ਕਦੇ ਵੀ 3:30 ਵਜੇ ਤੋਂ ਬਾਅਦ ਨਹੀਂ ਸੁੱਤਾ। ਮੈਂ ਉਦੋਂ ਵੀ ਨਹੀਂ ਸੁੱਤਾ ਜਦੋਂ ਸ਼ਰਾਬ ਪੀਂਦਾ ਸੀ। ਦੀਪ ਕਲੇਰ ਹੋਣਾ ਦੀ ਮੈਂ ਗੱਲ, ਇੱਕ ਮੇਰਾ ਮਿੱਤਰ ਹੈ, ਮੇਰਾ ਬੜਾ ਇਹਨਾਂ ਵਿੱਚ ਮੇਰਾ ਦਿਲ ਵੀ ਬਹੁਤ ਧੜਕਦਾ। ਦੀਪ ਕਲੇਰ ਹੋਣਾ ਨਾਲ ਮੈਂ ਜ਼ਿੰਦਗੀ 'ਚ ਰਿਕਾਰਡ ਕਰਨ ਹੋ ਰਿਹਾ ਨਾ। ਦੀਪ ਕਲੇਰ ਹੋਣਾ ਨਾਲ ਮੈਂ ਜ਼ਿੰਦਗੀ 'ਚ ਪਹਿਲੀ ਵਾਰੀ ਸ਼ਰਾਬ ਪੀਤੀ। ਗੜਸ਼ੰਕਰ ਰੇਲਵੇ ਸਟੇਸ਼ਨ ਤੇ ਲੈ ਕੇ ਮੈਂ ਨਵਾਂ ਲਊਂ ਮੁੱਛ ਫੁੱਟੀ, ਨਾ ਸ਼ਰਾਬ ਪੀਤੀ ਨਾ ਕੁਛ ਕਰਦਾ। ਇਹਨਾਂ ਨੇ ਕਿਹਾ ਕਵਿਤਾ ਸੁਣਾਉਣੀ, ਕਵਿਤਾ ਸੁਣਾਈ ਨਹੀਂ। ਕਵਿਤਾ ਨਹੀਂ, ਬਾਲਟੀ ਸ਼ਰਾਬ ਦੀ। ਪਰਦੇਸੀ ਸਾਹਿਬ ਰੇਲ ਸਟੇਸ਼ਨ ਮਾਸਟਰ, ਉਹਦੇ 'ਚ 2 ਬੋਤਲਾਂ ਪਾ ਲਈਆਂ ਤੇ ਲੰਬੀ ਗੜਵੀ ਜਿਹੜੀ ਲੱਤ ਵਾਲੀ ਹੁੰਦੀ ਆ ਉਹਦੇ ਨਾਲ ਤਾਂ ਪੀਤੀ ਨਹੀਂ ਕਦੀ, ਚੰਗੀ ਪਲਾਤੀ ਉੱਥੇ ਤੱਕ। ਤਾਂ ਇਹ ਤਾਂ ਘਰ ਨੂੰ ਆ ਗਿਆ, ਮੈਂ ਆਇਆ ਹੀ ਨਹੀਂ। ਰਾਤ ਨੂੰ ਉੱਥੋਂ ਚੱਲੇ ਤੇ ਇੱਥੇ ਅੱਜ ਡਗਾਮ ਦੇ ਕੋਲ ਆ ਕੇ ਸੀਗਾ, ਪਿੰਡਾਂ ਵਿੱਚ ਦੀ ਚਲੇ ਜਾਂਦੇ ਆ, ਉੱਥੇ ਮੇਰੇ ਢਿੱਡ ਦੁਖਣ ਲੱਗ ਪਿਆ। ਸਾਨੂੰ ਚਾਨਣ ਸੀਗਾ, ਅਸੀਂ ਕਿਹਾ ਪਤਾ ਨਹੀਂ ਦੂਆ ਸੁਹਾਗਾ ਫੇਰਿਆ ਸੀਗਾ, ਕੱਦੂ ਕੀਤਾ ਚੱਪਲਾਂ ਕੱਦੂ 'ਚ ਰਹਿ ਗਈਆਂ। ਉਹ ਮੈਂ ਘੁਲਦਾ ਰਿਹਾ, ਮੇਰੇ ਭਰਾ ਦਾ ਬਰਦਨ ਲਾ ਸੀ ਨਾਲ ਸੀ, ਉਹਨਾਂ ਸਾਈਕਲ ਤੇ ਵੀ ਮੇਰੀ ਮਾਂ ਨੇ ਆਉਂਦੀ ਕਹਿੰਦੀ ਪੇ ਤੁਹਾਡਾ ਸਿਰ ਤੇ ਨਹੀਂ ਪਿਆ, ਆਹੀ ਕੰਮ ਕਰਨੇ ਆ ਲਿਖਣੇ ਦੇ ਜਿਹੜੇ ਤੂੰ ਕੰਮ ਕਰਦਾ। ਤੇ ਪੈਣੀ ਗਿਆ ਚੰਗਾ ਭਲਾ ਸੀ, ਚੱਪਲਾਂ ਵੀ ਛੱਡਿਆ, ਗੋਡਿਆਂ ਤੱਕ ਗਾਰਾ ਲੱਗਿਆ ਹੋਇਆ। ਫਿਰ ਮੈਂ ਦੀਪ ਉਹਦਾ ਗਵਾਹ ਹੈ, ਬੇਸ਼ੱਕ ਰੀਵ ਜੀ ਬੁਰਾ ਤਾਂ ਨਹੀਂ ਬਣਾ ਰਹੇ, ਮੈਂ ਵੈਸੇ ਸੱਚ ਇਹ ਜ਼ਿਲ੍ਹਾ ਜਲੰਧਰ ਦੀ ਭਾਸ਼ਾ ਵਿਭਾਗ ਨੂੰ ਦੇਣ ਈਸ਼ਰ ਸਿੰਘ ਅਟਾਰੀ ਹੋਰਾਂ ਨੇ ਇੱਕ ਬੁੱਕਲੈਟ ਲਿਖੀ ਤੇ ਭਾਸ਼ਾ ਵਿਭਾਗ ਦਾ ਅਜੀਤ ਸਿੰਘ ਕੜੋਣੀ ਸੀ। ਮੈਨੂੰ ਚਿੱਠੀ ਉਹ ਸੀ ਜਿਹਦੇ 'ਚ 50 ਰੁਪਏ ਮਿਲਣੇ ਸੀ, ਬਾਕੀਆਂ ਨੂੰ ਸੱਦਾ ਪਤਾ ਸੀ। ਇੱਕ ਮੋਹਨ ਦਸਾਂਝ ਵੀ ਨੂੰ ਸੀ 50 ਰੁਪਏ ਵਾਲੀ ਚਿੱਠੀ। ਉਹ ਜਦੋਂ ਗੇਟ ਤੋਂ ਨਿਕਲੇ ਪੈਸੇ ਮਿਲਣੇ ਸੀ, ਮੈਨੂੰ ਪੈਸੇ ਦਵਾ ਤੇ ਬਾਅਦ 'ਚ ਇੰਨੀ ਡਰਾ ਦਿੱਤਾ ਮੈਨੂੰ, ਕਹਿੰਦੇ 4-5 ਜਾਣੇ ਸੀਗੇ ਹੋਰ
कहते तो पैसे जमा कराने पैंदे होंदे आ, भी देने पैने। मैं क्या 50 रुपये, मैं तो 50 रुपये, तो मैं इदा लगता है 5 लाख गल पै जाना। ये नहीं कहा मैनू तू दे दे, असीं आपे जमा करा। नहीं दीप ने नहीं, वो दी गल दीप दी, दीप नाल सी मेरे खाते च पा जा। नहीं इन्हें मेरे तो 45 रुपया का बस अड्डे आके ओल्ड मॉक की बोतल ला ली, मैंने 5 रुपये दे के मंगया चढ़ा। ये भी मेरी लेखनी का हिस्सा आया, मैंने जिक्र किया इस गल का। पर असी इत्थे म्यूनसिपल कमेटी दी अखबारां पिंड तो, दीप ने भी मैं भी, असी पिंड तो साइकिल चला के अखबार पढ़ना हो। दीप उस लेडी साइकिल से साइड मेरे पिंड करता रहा। मैं दीप उन्होंने महफल च सिੱਖਿਆ बड़ा कुछ। मैनू जिन्ना दीप नाल प्यार है, दीप शायर बहुत वधिया, चलना ना चलना वो बखरी गल है, कोई गल नहीं हैगी। अच्छा जी मैं एक चलो मैं सुना दिना, पर मैं कहता भी 2-3 बारी पहला सुनाती पई। कई बारी जी ना सवेर दशहरी देख रंग कहना मैं भी ये चाल समय की कहती है कि चाल समय की कहती है कोई आपां भी बल छल करे। वक्त ये कहता कि चाल समय की कहती है कोई आपां भी बल छल करिए, पर दिल आखदा ये चंदरा नहीं बंदियां वाली गल करिए। पर दिल आखदा ये चंदरा नहीं बंदियां वाली गल करिए। जे हाले मनुखता जिउंदी है कुछ वरकतां नहीं ईमान दियां, जे हाले मनुखता जिउंदी है कुछ वरकतां नहीं ईमान दियां, ये बेईमान तां चाहुंदे ने हर पासे ही जल थल करिए। जे रोज ही मरना पैना है ते जिउणे दा कोई धर्म नहीं, फिर बिन मरजों ही मरने दा कोई आखिर नूं तां हल करिए। ये चुप बुरी कुछ कहने तो चुप रह के पौरे सरना नहीं, गल आखिर करनी पैनी है भावें अज करिए। शहरी में इदां भी लिखना संधू साहब का जो मैं इत्थे असीं शौकी मेला लाउंदे हुंदे सी, इन्हां दा ना एक सीगा भी मंदरां च घड़ियाल संख रोंदे ने, चिमटा भी रो रिहा, असलां दा प्यार साडा इदां ही मुੱਕ जू सारा नानक दे गल लग के राम रो रिहा। बड़ी गोड़ की मैं रेडियो प्रोग्राम टीवी संधू साहब का नाम लैके कई गल्लां ने थोड़े मन च बस जाना हुंदा। मैं जिहड़ा स्ट्रगल की गल करदा बार बार भी मैं हले खून ही कद रहा, चरखा कदों चलेगा। मैं संधू साहब होना दी लाइफ स्टाइल जिहड़ा जिन्नी इन्हां ने तरक्की की है, इन्हों किते जिन्होंने नहीं पता वो इन्होंने पूछ लिया कि सर कॉलेज प्रोफैसर होने तक रिटायर होने तक का सरकारी कॉलेज सफ़र कितना होता है। जिन्नियां भी लिखतां ने, चाहे कोई पोइट्री दी है, चाहे वार्तक है, चाहे जर्नलिज्म है, ਜਿਹਦੇ ਚੋਂ ਤੁਹਾਨੂੰ ਕੁਝ ਲੱਭਦਾ ਨਹੀਂ, ਕੋਈ ਮੈਸੇਜ ਨਹੀਂ ਦਿੰਦਾ, ਤੇ ਕੱਚ ਕਰਨ ਕਵਿਤਾਵਾਂ ਜਾਂ ਕੁਝ ਵੀ ਲਿਖਣ ਦਾ ਕੋਈ ਫਾਇਦਾ ਨਹੀਂ, ਕਿਸੇ ਨੇ ਤੁਹਾਨੂੰ ਮਾਨਤਾ ਨਹੀਂ ਦੇਣੀ। ਮੈਂ ਇੱਕ ਵਕਤ ਬੋਲਦਾ ਹੈ ਨਹੀਂ, ਇਹਦੇ 'ਚ ਕਹਾਣੀ ਹੈ ਜ਼ਮਾਨਾ ਭਲੇ ਦਾ ਜ਼ਮਾਨਾ। ਵੀਕਾ ਸਾਹਿਬ ਸਪਾਰਸ਼ ਕਰਕੇ ਚਲੇ ਗਏ, ਅਜੋ ਭਲੇ ਦਾ ਜ਼ਮਾਨਾ ਕੀ ਹੈ। ਆਪਾਂ ਅਕਸਰ ਹੀ ਗੱਲ ਕਰਦੇ ਹਾਂ ਵੀ ਹੁਣ ਮੈਂ ਤੁਹਾਨੂੰ 2 ਰੰਗ ਸੁਣਾ ਕੇ ਮੈਂ ਤੁਹਾਡੇ ਤੋਂ ਛੁੱਟੀ ਲੈਣੀ ਹੈ। ਮੈਂ 4 ਵਜੇ ਤੱਕ ਵੀ ਅਸੀਂ ਰੋਜ਼ ਗੱਲਾਂ ਕਰਦੇ ਹਾਂ ਵੀ ਯਾਰ ਛੱਡੋ ਪਰੇ, ਹੁਣ ਕਿਹੜਾ ਭਲੇ ਦਾ ਜ਼ਮਾਨਾ। ਇੱਕ ਫਕੀਰ ਜਿਹੜਾ ਉਹ ਪਿੰਡ 'ਚੋਂ ਗਜ਼ਾ ਕਰਕੇ ਜਾ ਰਿਹਾ, ਤੇ ਉਹਨੇ ਦੇਖਿਆ ਕਿ ਰਸਤੇ 'ਚ ਫਿਰਨੀ 'ਚ ਜਾ ਰਿਹਾ ਤੇ ਇੱਕ ਦੂਜੇ ਨੂੰ ਅੱਗ ਲੱਗੀ ਹੋਈ ਹੈ, ਤੇ ਅੱਗ ਸੱਪ ਉਸ ਅੱਗ 'ਚ ਫਸਿਆ ਹੋਇਆ। ਉਹਨੇ ਕਿਹਾ ਭਲਾ ਕਰਦੇ, ਮੇਰਾ ਢਿੱਡ ਭਰਿਆ ਲੋਕਾਂ ਨੇ। ਉਹ ਤੂਤ ਦੀ ਲੰਬੀ ਸਾਰੀ ਛਟੀ ਲੈ ਕੇ ਆਇਆ ਤੇ ਉਹਨੂੰ ਸੱਪ ਜਿੱਦਾਂ ਵਿੱਚ ਫਸਿਆ ਹੋਇਆ ਸੀ ਉਹਨੂੰ ਵਿੱਚ ਫਸਾਇਆ, ਜੰਪ ਦਵਾਇਆ ਤੇ ਸੱਪ ਨੇ ਛਾਲ ਮਾਰੀ, ਉਹਦੇ ਗਲ 'ਚ ਪੈ ਗਿਆ। ਸੱਪ ਉਹਨੂੰ ਕਹਿੰਦਾ ਮੈਂ ਤੇਰੇ ਡੰਗ ਮਾਰਨਾ। ਉਹ ਕਹਿੰਦਾ ਭਰਾਵਾ ਮੈਂ ਤੇਰਾ ਭਲਾ ਕੀਤਾ, ਤੈਨੂੰ ਅੱਗ 'ਚੋਂ ਕੱਢਿਆ, ਤੂੰ ਮੇਰੇ ਡੰਗ ਮਾਰਨਾ। ਉਹ ਕਹਿੰਦਾ ਤੂੰ ਨਾ ਕੱਢਦਾ, ਭਲੇ ਦਾ ਤਾਂ ਜ਼ਮਾਨਾ ਹੀ ਹੈ। ਉਹ ਕਹਿੰਦਾ ਹੱਦ ਹੋ ਗਈ, 2 ਜਣੇ ਬਹਿਸ ਪਏ। ਸੱਪ ਕਹਿੰਦਾ ਦੁਨੀਆ 'ਚ ਕਿਸੇ ਨੂੰ ਪੁੱਛ ਲੈ, ਜੇ ਕੋਈ ਕਹਿ ਦੇਵੇ ਭਲੇ ਦਾ ਜ਼ਮਾਨਾ, ਕਹਿੰਦਾ ਮੈਂ ਤੇਰੇ ਡੰਗ ਨਹੀਂ ਮਾਰਨਾ। ਉਹ ਤੁਰੇ ਜਾਂਦੇ ਸੜਕੇ ਤੇ ਮੂਹਰੇ ਬਲਦ ਟੱਕਰ ਗਿਆ।
ਫਕੀਰ ਬਲਦ ਨੂੰ ਕਹਿੰਦਾ ਭਰਾਵਾ ਸਾਡਾ ਇਨਸਾਫ ਕਰਦੇ। ਕਹਿੰਦਾ ਗੱਲ ਕੀ ਆ? ਕਹਿੰਦਾ ਮੈਂ ਸੱਪ ਨੂੰ ਅੱਗ ਚੋਂ ਕੱਢਿਆ, ਇਹਦਾ ਭਲਾ ਕੀਤਾ। ਕਹਿੰਦਾ ਤੇਰੇ ਡੰਗ ਮਾਰਨਾ ਵੀ ਸਾਨੂੰ ਇਹ ਸੱਪ ਨੂੰ ਕੋਈ ਸਮਝਾ। ਉਹ ਬਲਦ ਕਹਿੰਦਾ ਇਹ ਸੱਪ ਨੂੰ ਡੰਗ ਮਾਰ ਦੇਣਾ ਚਾਹੀਦਾ ਸੀ। ਕਹਿੰਦਾ ਮੈਨੂੰ ਜ਼ਿਮੀਂਦਾਰ ਨੇ 15 ਸਾਲ ਦਿਨ ਰਾਤ ਜੋੜਿਆ ਵਰਤਿਆ। ਕਹਿੰਦਾ ਬੁੱਢਾ ਹੋ ਗਿਆ ਡਾਂਗਾ ਮਾਰ ਕੇ ਘਰੋਂ ਕੱਢਦਾ ਵੀ ਵਿਹਲਾ ਹੀ ਪੱਠੇ ਖਾਂਦਾ। ਕਹਿੰਦਾ ਕਿਹੜਾ ਭਲੇ ਦਾ ਜ਼ਮਾਨਾ। ਸਭ ਨੂੰ ਕਹਿੰਦਾ ਕਰ ਤੂੰ ਆਪਣਾ ਕੰਮ। ਕਹਿੰਦਾ ਯਾਰ ਫਕੀਰ ਕਹਿੰਦਾ ਇੱਕ ਮੌਕਾ ਹੋਰ ਦੇ ਦੇ। ਅੱਗੇ ਚਲ ਗਿਆ। ਅੱਗੇ ਇੱਕ ਬਜ਼ੁਰਗ ਟੁੱਟੇ ਮੰਜੇ 'ਚ ਫਸਿਆ ਹੋਇਆ। ਉਹਨੂੰ ਕਹਿੰਦਾ ਭਾਈ ਇਹ ਸਾਡਾ ਇਨਸਾਫ ਕਰਦੇ। ਕਹਿੰਦਾ ਗੱਲ ਕੀ ਹੋ ਗਈ ਆ? ਕਹਿੰਦਾ ਜੀ ਮੈਂ ਸੱਪ ਨੂੰ ਅੱਗ ਚੋਂ ਕੱਢਿਆ, ਭਲਾ ਕੀਤਾ। ਕਹਿੰਦਾ ਮੈਂ ਤੇਰੇ ਡੰਗ ਮਾਰਨਾ। ਉਹ ਬਜ਼ੁਰਗ ਕਹਿੰਦਾ ਇਹ ਸੱਪ ਸਾਲਾ ਅਸਲੀ ਨਹੀਂ ਲੱਗਦਾ। ਕਹਿੰਦਾ ਜੇ ਅਸਲੀ ਹੁੰਦਾ ਇਹਨੂੰ ਡੰਗ ਮਾਰ ਦੇਣਾ ਚਾਹੀਦਾ ਸੀ। ਕਹਿੰਦਾ ਭਲੇ ਦਾ ਤਾਂ ਜ਼ਮਾਨਾ ਹੀ ਨਹੀਂ। ਕਹਿੰਦਾ ਮੇਰੇ 2 ਮੁੰਡੇ ਆ, ਇੱਕ ਕਹਿੰਦਾ ਸ਼ਹਿਰ 'ਚ ਲੱਗਾ ਬੈਂਕ 'ਚ, ਉਹਦੀ ਘਰ ਵਾਲੀ ਵੀ ਨੌਕਰੀ ਕਰਦੀ ਆ। ਕਹਿੰਦਾ ਮੈਨੂੰ ਸ਼ਹਿਰ ਨਹੀਂ ਲਿਜਾਂਦੇ, ਕਹਿੰਦੇ ਬੁੜਾ ਖੰਘਦਾ ਸਾਡੀ ਟੌਰ ਖਰਾਬ ਹੁੰਦੀ ਆ। ਕਹਿੰਦਾ ਜਿਹੜਾ ਇੱਥੇ ਆ ਉਹ ਪਟਵਾਰੀ ਲੱਗਾ ਹੋਇਆ। ਕਹਿੰਦਾ ਜ਼ਮੀਨ ਜਿਹੜੀ 1.5 ਕਿੱਲਾ ਬਚਦੀ ਮੇਰੇ ਨਾਂ ਲਵਾ ਦੇ 1.5 ਕਿੱਲਾ। ਕਹਿੰਦਾ ਮੈਂ ਤਾਂ ਰੋਟੀ ਦੇਣੀ ਆ। ਕਹਿੰਦਾ ਦੋਏ ਪੜਾਉਂਦਾ ਰਿਹਾ, ਟੁੱਟੇ ਮੰਜੇ 'ਚ ਫਸਿਆ। ਉਹ ਕਿਹੜਾ ਭਲੇ ਦਾ ਜ਼ਮਾਨਾ। ਸੱਪ ਨੂੰ ਕਹਿੰਦਾ ਆਪਣਾ ਕੰਮ ਕਰਦਾ। ਫਕੀਰ ਕਹਿੰਦਾ ਮੈਨੂੰ ਇੱਕ ਮੌਕਾ ਹੋਰ। ਫਕੀਰ ਜਦੋਂ ਜਾ ਰਿਹਾ ਸੀਗਾ ਤੇ ਮੂਹਰੇ ਬਾਂਦਰ ਟੱਕਰ ਗਿਆ। ਫਕੀਰ ਉਹਨੂੰ ਕਹਿੰਦਾ ਚਾਚਾ ਕੀ ਹਾਲ ਹੈ? ਬਾਂਦਰ ਖੁਸ਼ ਹੋ ਗਿਆ ਵੀ ਬੰਦਾ ਮੈਨੂੰ ਚਾਚਾ ਕਹਿਣ ਲੱਗ ਪਿਆ। ਕਹਿੰਦਾ ਫਕੀਰ ਕੀ ਹਾਲ ਹੈ? ਕਹਿੰਦਾ ਪੁਰਾਣੀ ਨਸਲ ਚੁੱਕ ਤੇ ਅਸਲੀ ਬੰਦਾ ਲੱਗਦਾ ਭਾਈਚਾਰੇ ਦਾ। ਉਹ ਬਾਂਦਰ ਕਹਿੰਦਾ ਗੱਲ ਕੀ ਹੈ? ਕਹਿੰਦਾ ਜੀ ਮੈਂ ਸੱਪ ਨੂੰ ਅੱਗ ਚੋਂ ਕੱਢਿਆ, ਭਲਾ ਕੀਤਾ ਵੀ ਮੇਰੇ ਤੇ ਡੰਗ ਮਾਰਨਾ। ਕਹਿੰਦਾ ਭਤੀਜ ਘਬਰਾ ਨਾ। ਕਹਿੰਦਾ ਆਪਾਂ ਹੁਣੇ ਮਸਲਾ ਹੱਲ ਕਰ ਦੇਣਾ। ਕਹਿੰਦਾ ਆਪਾਂ ਮੌਕਾ ਵਾਰਦਾਤ ਵੇਖਣੀ ਆ। ਕਹਿੰਦਾ ਉੱਥੇ ਲੈ ਚਲੋ। ਉੱਥੇ ਚਲ ਗਏ। ਉਸ ਬੁੱਝੇ ਦੇ ਅੱਗ ਬੁੱਝੀ ਸੀ। ਬਾਂਦਰ ਕਹਿੰਦਾ ਇਹਨੂੰ ਸੱਪ ਨੂੰ ਨਾਲ ਦੇ ਬੁੱਝੇ 'ਚ ਬਹਾ। ਸੱਪ ਨੂੰ ਉੱਥੇ ਬਿਠਾ ਦਿੱਤਾ। ਉਹ ਬਾਂਦਰ ਕਹਿੰਦਾ ਤੈਨੂੰ ਹੁਣ ਜਿੱਦਾਂ ਵਾਰਦਾਤ ਹੋਈ ਸਾਨੂੰ ਦੇਖਣਾ ਪੈਣਾ। ਸੱਪ ਨੂੰ ਨਾਲ ਦੇ ਬੁੱਝੇ 'ਚ ਬਿਠਾਤਾ। ਫਕੀਰ ਉਹਨੂੰ ਬਾਂਦਰ ਫਕੀਰ ਨੂੰ ਕਹਿੰਦਾ ਮੈਂ ਤਾਂ ਅੱਗ ਲਾਉਂਦਾ ਨਹੀਂ। ਬਾਂਦਰ ਤਾਂ ਅੱਗ ਲਾਉਂਦਾ ਨਹੀਂ। ਕਹਿੰਦਾ ਤੀਲੀ ਲਾ ਦੇ ਹੁਣ ਤੂੰ। ਉਹਨੂੰ ਦੂਜੇ ਬੁੱਝੇ ਨੂੰ ਅੱਗ ਲਾਤੀ ਸੱਪ ਵਿੱਚ ਬਿਠਾ ਕੇ। ਜਦੋਂ ਪਿਆ ਸੇਕ, ਸੱਪ ਫਕੀਰ ਨੂੰ ਕਹਿੰਦਾ ਹੁਣ ਵਾਰਦਾਤ ਹੋ ਗਈ ਪੂਰੀ, ਮੈਨੂੰ ਕੱਢ ਲਾ। ਬਾਂਦਰ ਉਹਨੂੰ ਕਹਿੰਦਾ ਭਤੀਜ ਆ ਚਲੀਏ ਮਰਨ ਦੇ ਸਾਲੇ ਨੂੰ। ਕਹਿੰਦਾ ਭਲੇ ਦਾ ਕੋਈ ਜ਼ਮਾਨਾ। ਗੱਲ ਇਹ ਹੈਗੀ ਆ, ਇੱਕ ਤਾਂ ਜਿਹੜੀ ਲਿਖਤ ਹੈ ਉਹ 'ਚ ਇੰਟਰਸਟ ਪੈਦਾ ਕਰੋ। ਜਿਹੜੀ ਇੰਟਰਸਟ ਹੈਗੀ ਆ, ਜਿਹੜੀ ਚੀਜ਼ ਤੁਹਾਨੂੰ ਸ਼ੁਰੂ ਤੋਂ ਅਖੀਰ ਤੱਕ ਲੈ ਕੇ ਜਾਂਦੀ ਹੈ। ਇੱਕ ਨਾ ਸ਼ਬਦ ਨਾ ਭਾਰੇ ਪਾਓ। ਮੈਂ ਸਾਰਿਆਂ ਮੂਹਰੇ ਹੱਥ ਤੁਸੀਂ ਕੀ ਸਿੱਧ ਕਰਨਾ ਚਾਹੁੰਦੇ ਹੋ? ਆਪਣੀ ਵਿਦਵਤਾ। ਲੋਕੀ ਨਕਾਰਦੇ ਆ ਤੁਹਾਨੂੰ। ਕਈ ਸ਼ਬਦ ਭਾਈ ਕਾਨ ਸਿੰਘ ਦੇ ਸ਼ਬਦਕੋਸ਼ ਚੋਂ ਨਹੀਂ ਲੱਭਦੇ, ਵੀ ਪਤਾ ਨਹੀਂ ਕਿੱਥੋਂ ਲਿਆਈ ਜਾਂਦੇ ਆ। ਸਾਡੀ ਸਾਹਮਣੇ ਮੈਂ ਵਿਗਿਆਨੀ ਕੀਤੀ ਯਾਰ, ਮੈਨੂੰ ਨਹੀਂ ਪਤਾ। ਮੈਂ ਪਿੰਗਲ ਸਾਰਾ ਜਾਣਦਾ, ਮੈਨੂੰ ਨਹੀਂ ਪਤਾ ਵੀ ਉਹ ਸ਼ਬਦ ਕਿੱਥੋਂ ਆਉਂਦੇ। ਇਹ ਪਾਠਕ ਨੂੰ ਵਿਦਵਾਨ ਸਿੱਧ ਕਰਨ ਲਈ, ਪਾਠਕ ਤੁਹਾਡਾ ਡਰਾਈਵਰ ਵੀ ਹੋ ਸਕਦਾ, ਟਰੱਕ ਡਰਾਈਵਰ ਵੀ ਹੋ ਸਕਦਾ, ਡਾਕਟਰ ਵੀ, ਇੰਜੀਨੀਅਰ ਵੀ ਹੋ ਸਕਦਾ, ਜੁੱਤੀਆਂ ਪਾਲਿਸ਼ ਕਰਨ ਵਾਲਾ ਵੀ ਹੋ ਸਕਦਾ ਤੁਹਾਡਾ ਪਾਠਕ। ਤੁਸੀਂ ਇੱਕ ਪੱਧਰ ਦਾ ਬਣਾ ਕੇ ਰੱਖੋ। ਤੁਸੀਂ ਜਿਸ ਬੋਲੀ 'ਚ ਰੋਜ਼ ਬੋਲਦੇ ਉਹ 'ਚ ਕਾਹਤੇ ਨਹੀਂ ਲਿਖਦੇ? ਸਾਡੀ ਲੈਂਗੁਏਜ ਦੀ ਇਹ ਸਭ ਤੋਂ ਵੱਡੀ ਪ੍ਰੋਬਲਮ ਹੈ। ਰਸੂਲ ਹਮਜ਼ਾ ਤੋਪ ਦੀ ਕਿਤਾਬ ਮੇਰੇ ਦਾਗਿਸਤਾਨ ਜਿਹਨੇ ਪੜ੍ਹੀ ਆ, ਜੇ ਪੜ੍ਹੀ ਆ ਤਾਂ ਉਹਦੀ ਸਭ ਤੋਂ ਵੱਡੀ ਕਾਰਨ ਇਹ ਆ ਕਿ ਉਹਨੇ ਕਿਤਾਬ ਤਾਂ ਲਿਖਣੀ ਸੀ, ਉਹ ਮੁਖਬੰਦ ਲਿਖਦਾ ਕਿਤਾਬ ਲਿਖ ਗਿਆ। ਉਹ ਮੁਖਬੰਦ ਲਿਖਦਾ ਸੀਗਾ ਆਪਣੀ ਕਿਤਾਬ ਦਾ, ਉਹਦੀ ਕਿਤਾਬ ਲਿਖ ਗਿਆ। ਉਹ ਕਿਤਾਬ ਇੰਨੀ ਸਰਲ ਹੈ ਕਿ ਸਾਰਿਆਂ ਨੂੰ ਸਮਝ ਆਉਂਦੀ। ਠੀਕ ਹੈ। ਸੰਧੂ ਸਾਹਿਬ ਉਹਨਾਂ ਦਾ ਜਦੋਂ ਪ੍ਰੋਗਰਾਮ ਸੀਗਾ ਉੱਥੇ, ਭਾਈ ਸਾਹਿਬ ਸਾਰਾ ਹੀ ਮੈਨੂੰ ਲੱਗਦਾ ਕਰ ਰਿਹਾ ਹੈ ਨਾ। ਉਹ ਇੱਕ ਬਾਦਸ਼ਾਹ ਦੀ ਕੁੜੀ ਨੇ ਕਿਹਾ ਵੀ ਮੈਂ ਵਿਆਹ ਉਹਨਾਂ ਕਰਾਉਣਾ। ਉਹ ਕਹਾਣੀ ਹੈ ਵੀ ਜਿਹੜਾ 20 ਤੱਕ ਗਿਣ ਕੇ ਸੁਣਾਵੇ। ਇਟਸ ਵੈਰੀ ਈਜ਼ੀ ਜੌਬ ਸੀ। ਇਹ ਕਿਹੜਾ ਕੰਮ ਆ 20 ਬੰਦਾ। ਇਹ ਪਹਿਲਾਂ ਬੜੀ ਮੇਰੇ ਵਰਗੇ ਜਿਹੜੇ ਹੋਰ ਸੀ, ਕਹਿੰਦਾ ਬਾਦਸ਼ਾਹ ਦੀ ਕੁੜੀ ਪਹਿਲਾਂ ਸੁਣਾਉਣ ਦੇ ਚੱਕਰ 'ਚ ਕਹਿੰਦੀ ਜੇ ਤੂੰ ਨਾ ਗਿਣਾ ਹੋਇਆ ਨਾ ਮੈਂ ਥੱਪੜ ਮਾਰਨਾ, ਪਿੱਛੇ ਦਰਿਆ ਵਗਦਾ ਉਹ 'ਚ ਸੁੱਟਣਾ। ਉਹ ਜਾਵੇ ਜਿਹੜਾ ਫਟਾਫਟ ਸੁਣਾਵੇ, ਉਹ ਪਿੱਛੇ ਸਿੱਟੀ ਜਾਵੇ, ਮਰੀ ਗਏ। ਹੁਣ ਫੇਰ ਬੰਦਿਆਂ ਨੇ ਸਟਾਈਲ 1 2 3 ਤੇ ਆ ਗਏ ਹੁਣੇ, ਜਾਂ ਹੋਰ ਹੈ ਜਾਂ ਆਪਣੀ ਭਾਸ਼ਾ 'ਚ। ਅਖੀਰ ਜੀ ਜਦੋਂ ਸ਼ਹਿਰ 'ਚ ਦਹਿਸ਼ਤ ਫੈਲ ਗਈ ਵੀ ਵਿਆਹ ਨਹੀਂ ਕਰਾਉਂਦੇ, 20 ਤੱਕ ਕਿਸੇ ਨੂੰ ਗਿਣਤੀ ਸੁਣਦੀ ਨਹੀਂ ਵੀ ਬੰਦੇ ਮਰੀ ਜਾਂਦੇ ਆ, ਲੋਕ ਘੱਟ ਗਏ। ਇੱਕ ਆ ਜਿਹੜੀ ਬੰਦਾ ਬੱਕਰੀਆਂ ਚਾਰਦਾ, ਪੈਰੀਂ ਟੁੱਟੀਆਂ ਗੱਠੀਆਂ ਚੱਪਲਾਂ, ਸਿਰ ਤੇ ਢਾਂਗੀ, ਪਾਟਿਆ ਬੋਰੀ ਦਾ ਕੋਟ ਪਾਇਆ ਹੋਇਆ,
ਤੇ ਉਹਨੂੰ ਕਹਿੰਦਾ ਆਪਣੀ ਮਾਂ ਨੂੰ, ਕਹਿੰਦਾ ਮਾਂ ਮੈਂ ਟਰਾਈ ਕਰਿਆ ਮਾਂ। ਉਹ ਕਹਿੰਦੀ ਪੁੱਤ ਤੂੰ ਮੇਰਾ ਇਕੱਲਾ ਪੁੱਤ ਹੈ, ਕਹਿੰਦੀ ਉਹ ਤੂੰ ਮਾਰ ਦਿੰਦੀ ਆ। ਉਹ ਕਹਿੰਦਾ ਮਾਂ ਪਹਿਲਾਂ ਵੀ ਤਾਂ ਬੱਕਰੀਆਂ ਚਾਰਦੇ, ਪਹਿਲਾਂ ਕਿਹੜੇ ਜਿਉਂਦੇ ਮਰੇ ਹੋਈਆਂ। ਉਹ ਕਹਿੰਦੀ ਚੱਲ ਜਾ। ਥੱਲੇ ਨਗਾਰਾ ਰੱਖਿਆ ਹੁੰਦਾ ਸੀ ਵੀ ਜਿਹੜਾ ਨਗਾਰਾ ਵਜਾ ਦੇਵੇ ਇਹਦਾ ਮਤਲਬ ਵਿਆਹ ਕਰਾਉਣਾ ਆ, ਤੂੰ ਉੱਪਰ ਬੈਠੀ ਕਹਿੰਦੀ ਸੀ ਆ ਜਾ ਉੱਪਰ। ਉਹਨੇ ਨਗਾਰਾ ਵਜਾਤਾ, ਉੱਪਰੋਂ ਦੇਖਿਆ ਵੀ ਤੇ ਗੰਦਾ ਬੰਦਾ, ਨਹਾਤਾ ਵੀ ਨਹੀਂ, ਪੈਰੀ ਚੱਪਲਾਂ ਪਾਈਆਂ। ਉਹਨੂੰ ਉੱਪਰੋਂ ਪੁੱਛਿਆ ਕਹਿੰਦੀ ਤੂੰ ਕਿੱਦਾਂ ਆਇਆ? ਕਹਿੰਦਾ ਬੀਬੀ ਤੈਨੂੰ ਨਹੀਂ ਪਤਾ ਨਗਾਰਾ ਵਜਾਇਆ, ਮੈਂ ਵੀ ਤੇਰੇ ਨਾਲ ਵਿਆਹ ਕਰਾਉਣਾ। ਉਹ ਕਹਿੰਦੀ ਹੋਰ ਮਰਨ ਆ ਗਿਆ। ਉਹਨੂੰ ਕਹਿੰਦੀ ਆ ਜਾ ਉੱਪਰ। ਉਹ ਕਹਿੰਦੀ ਪੇ ਨੂੰ ਤਾਂ ਇੱਕ ਦੋ ਕਿਹੜਾ ਨਹੀਂ ਆਉਣਾ। ਉਹਨੇ ਆਪ ਸ਼ੁਰੂ ਕਰ ਲਿਆ, ਕਹਿੰਦੀ ਕਿ ਇੱਕ ਪਿੱਛੇ ਇਹਨੂੰ ਮਗਰ ਤੁਰਦੀ ਆ, ਫਿਰ ਉਹ ਆਉਂਦਾ। ਉਹਨੇ ਜਦੋਂ ਕੁੜੀ ਨੇ ਕਿਹਾ ਇੱਕ, ਉਹ ਕਹਿੰਦਾ ਇੱਕ ਨਾਮ ਪਰਮਾਤਮਾ ਦਾ। ਉਹ ਲੱਗਾ ਕਿ ਜਿਹੜੀ ਗੱਲ ਨੂੰ ਫੋਲੋ ਕਰਨ ਲੱਗ ਗਿਆ। ਉਹ ਕਹਿੰਦੀ ਦੋ, ਕਹਿੰਦਾ ਇੱਕ ਚੰਦ ਇੱਕ ਸੂਰਜ। ਕਹਿੰਦੀ ਤਿੰਨ, ਕਹਿੰਦਾ ਤਿੰਨ ਖਾਣੇ ਹੁੰਦੇ ਸੀ, ਕਹਿੰਦੇ ਨਹੀਂ ਕੁਛ। ਕਹਿੰਦੀ ਚਾਰ, ਕਹਿੰਦੀ ਚਾਰ ਵੇਦ, ਚਾਰ ਰੁੱਤਾਂ, ਚਾਰ ਰੰਗ ਤੇ ਚਾਰ ਦਿਸ਼ਾਵਾਂ। ਉਹ ਕਹਿੰਦੀ ਕਮਾਲ ਹੈ ਵੀ ਇਹ ਤਾਂ ਜਿੱਦਾਂ ਦਾ ਮੈਂ ਚਾਹੁੰਦੀ ਉੱਦਾਂ ਦਾ ਲੱਭਣ। ਕਹਿੰਦਾ ਪੰਜ, ਕਹਿੰਦਾ ਪੰਜ ਪਾਂਡਵ। 6 ਕਹਿੰਦਾ ਛੇਵਾਂ ਪੌੜੇ ਦੀ ਜੜ ਸ਼ਕਨੀ। 7 ਕਹਿੰਦਾ ਹਫਤੇ ਦੇ ਦਿਨ। 8 ਉਹ ਕਹਿੰਦੀ 8 ਯੋਗ, ਜਿਹੜੇ ਸਟੋਲੋਜੀ ਸਮਝਦੇ ਨੂੰ ਯੋਗ ਦਾ ਪਤਾ। 8 ਯੋਗ। 9 ਕਹਿੰਦਾ 9 ਨਰਾਤੀ। 10 10ਵਾਂ ਦਸਹਿਰਾ। ਕਹਿੰਦਾ 11 ਕਹਿੰਦੀ, ਉਹ ਕਹਿੰਦੀ 11 ਉਹ ਕਹਿੰਦਾ 11 ਸਾਡਾ 11ਵੀਂ ਵਾਲਾ ਪੀਰ। 12 ਕਹਿੰਦਾ ਮਹੀਨੇ। 13 ਕਹਿੰਦਾ 13 ਹੀ 13। 14 ਕਹਿੰਦਾ, ਉਹ ਕਹਿੰਦਾ 14 ਤਪ। 15 ਕਹਿੰਦਾ ਸਰਾਧ। 16 ਕਹਿੰਦਾ ਕਲਾ। 16 ਕਲਾ। ਕਹਿੰਦਾ ਬੀਬੀ 17ਵੀਂ ਮੇਰੀ ਮਾਂ। 18ਵੀਂ ਮੇਰੀ ਢਾਂਗੀ। 19ਵਾਂ ਮੈਂ ਤੇ 20ਵੀਂ ਤੋਂ ਵਿਆਹ ਕੇ ਲੈ ਗਿਆ। ਇੰਟੈਲੀਜੈਂਸ ਜਿਹੜੀ ਆ ਅਸਲ 'ਚ ਕੀ ਆ ਕਿ ਸਾਈਕੋਲੋਜੀ ਆ, ਇਹ ਵੀ ਇੱਕ ਮਨੋਵਿਗਿਆਨ ਹੈ। ਤੁਸੀਂ ਕਿਸੇ ਦੇ ਪੱਲੇ ਕੁਛ ਨਾ ਕੁਛ ਪਾ ਦੇਣਾ ਚਾਹੀਦਾ। ਤੋ ਮੈਂ ਫਿਰ ਆਖਰ 'ਚ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ। ਮੁਹੱਬਤ ਹੈ, ਮਨ ਹੋਰ ਪਾਸੇ ਪਿਆ ਕਈ ਦਿਨ ਤੋਂ, ਬੜਾ ਸੈਡ ਹੈ। ਤੇ ਕੋਈ ਐਸਾ ਸ਼ਬਦ, ਕਿਉਂਕਿ ਬੜਾ ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ ਦਾ ਯੁੱਗ ਹੈ, ਕੋਈ ਸ਼ਬਦ ਜ਼ਬਾਨ 'ਚੋਂ, ਕਿਉਂਕਿ ਜ਼ਬਾਨ ਗਿੱਲੀ ਰਹਿੰਦੀ ਆ, ਤਿਲਕ ਜਾਂਦੀ ਆ। ਮੇਰੀ ਵੀ ਕਿਤੇ ਤਿਲਕ ਗਈ ਹੋਊਗੀ, ਉਹਦੇ ਲਈ ਮੈਂ ਮਾਫ਼ੀ ਮੰਗਦਾ।